ਕਿ ਸਿੱਧੂ ਸਾਹਿਬ ਥੋੜ੍ਹੇ ਜਿਹੇ ਦਿਨਾਂ ਲਈ ਕਾਂਗਰਸ ਦੇ ਪ੍ਰਧਾਨ ਬਣੇ ਤੇ ਕਾਂਗਰਸ ਦਾ ਪ੍ਰਧਾਨ ਬਣ ਕੇ ਵੀ ਮੁੱਖ ਮੰਤਰੀ ਦੇ ਨਾਲ ਉਹਨਾਂ ਦੀ ਖਹਿਬਾਜ਼ੀ ਚੱਲੀ। ਕੈਪਟਨ ਅਮਰਿੰਦਰ ਸਿੰਘ ਨਾਲ, ਫਿਰ ਚਰਨਜੀਤ ਸਿੰਘ ਚੰਨੀ ਨਾਲ, ਕਦੀ ਕਿਸੇ ਨਾਲ ਕਦੀ ਕਿਸੇ ਨਾਲ। ਅਖੀਰ ਇਸ ਲੜਾਈ ਦੇ ਚੱਲਦਿਆਂ ਕਾਂਗਰਸ ਬੁਰੀ ਤਰ੍ਹਾਂ ਪੰਜਾਬ ਵਿਧਾਨ ਸਭਾ ਚੋਣ ਹਾਰ ਗਈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਨੁਸ਼ਾਸਨ ਦੇ ਨਾਲ ਹੁਣ ਕੰਮ ਹੋਵੇਗਾ। ਅਨੁਸ਼ਾਸਨ ਕਿਸ ਤਰ੍ਹਾਂ ਬਣਾਉਣਾ, ਉਹ ਤਾਂ ਪਹਿਲੇ ਦਿਨ ਹੀ ਭੰਗ ਹੋ ਗਿਆ। ਕੁਛ ਐਮਐਲਏ ਜਿੱਤੇ ਨੇ, ਵਿਧਾਇਕ ਜਿੱਤੇ ਹੋਏ ਨੇ, ਉਹ ਵੀ ਤਾਂ ਕਿਸੇ ਕਾਰਨ ਜਿੱਤੇ ਹੀ ਨੇ। ਇਹ ਸੀਟ ਕਿਵੇਂ ਆਪਣੀ ਹਾਰ ਗਏ? ਤਾਲਮੇਲ ਨਹੀਂ ਹੈ ਸਿੱਧੂ ਸਾਹਿਬ ਦੇ ਕੋਲ। ਉਹ ਆਪਣੇ ਆਪ ਨੂੰ ਬਹੁਤ ਸੁਪਰੀਮ ਸਮਝਦੇ ਨੇ। ਅੱਜ ਵੀ ਕੋਈ ਵੀ ਕਿਸੇ ਪਾਰਟੀ ਨਾਲ ਜੁੜਿਆ ਹੋਵੇ ਤੇ ਦੋ ਵਿਅਕਤੀਆਂ ਦੇ ਨਾਮ ਲੈ ਦਿੰਦਾ ਪੰਜਾਬ 'ਚ ਕਿ ਭਗਵੰਤ ਮਾਨ ਤੇ ਨਵਜੋਤ ਸਿੰਘ ਸਿੱਧੂ। ਪਿਛਲੀ ਸਰਕਾਰ ਤੇ ਉਸ ਤੋਂ ਪਿਛਲੀ ਸਰਕਾਰ, ਅਕਾਲੀ ਤੇ ਕਾਂਗਰਸ ਵਾਲੇ ਦੋਨਾਂ ਦੇ ਕੁਝ ਖਾਸ ਮੰਤਰੀਆਂ ਦੇ ਨਾਮ ਜਿਹੜੇ ਨੇ ਸਿੱਧੇ ਤੌਰ ਤੇ ਮਾਈਨਿੰਗ ਦੇ ਨਾਲ ਜੁੜੇ ਰਹੇ ਨੇ। ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜੇ ਵਿਧਾਇਕ ਜਿਹੜੇ ਸੀ ਆਵਾਜ਼ ਉਠਾਉਂਦੇ ਸੀ, ਉਹਨਾਂ ਦੇ ਵੀ ਮਾਈਨਿੰਗ ਦੇ ਠੇਕੇ ਨਿਕਲੇ ਮੁੜ ਕੇ। ਅਨੰਦਪੁਰ ਸਾਹਿਬ ਦੇ ਵਿੱਚ ਦੱਸਿਆ ਗਿਆ ਕਿ ਕਾਂਗਰਸ ਦੇ ਇੱਕ ਵੱਡੇ ਆਗੂ ਰਾਣਾ KP ਸਿੰਘ ਦੇ ਰਿਸ਼ਤੇਦਾਰ ਦਾ ਜਿਹੜਾ ਇੱਕ ਖੱਡ ਜਿਹੜੀ ਹੈ ਉਸ ਨੂੰ ਕੱਲ੍ਹ ਬੰਦ ਕਰਨ ਦਾ ਹੁਕਮ ਦੇ ਦਿੱਤਾ ਗਿਆ ਕਿ ਇਹ ਖੱਡਾਂ ਜਿਹੜੀਆਂ ਹਨ ਇੱਥੇ ਬੰਦ ਕਰ ਦਿਓ। ਅਸਲੀਅਤ ਗੱਲ ਇਹ ਹੈ ਕਿ ਗੈਰ ਕਾਨੂੰਨੀ ਕੰਮ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ, ਇਹ ਗੱਲ ਯਾਦ ਰੱਖਣ ਵਾਲੀ ਹੈ, ਦੁਨੀਆ ਦੇ ਕਿਸੇ ਵੀ ਮੁਲਕ ਵਿੱਚ, ਕਿਸੇ ਵੀ ਖਿੱਤੇ ਵਿੱਚ ਪੂਰਨ ਤੌਰ ਤੇ ਨਹੀਂ ਰੁਕਦੇ। ਉਹਨਾਂ ਤੇ ਕਿਸੇ ਹੱਦ ਤੱਕ ਹੀ ਨੱਥ ਪਾਈ ਜਾ ਸਕਦੀ ਹੈ, ਇਹੋ ਹੀ ਸੰਭਵ ਹੁੰਦਾ ਹੈ। ਪਰ ਕੀ ਪੰਜਾਬ ਸਰਕਾਰ ਇਸ ਵਿੱਚ ਕਾਮਯਾਬ ਹੋ ਰਹੀ ਹੈ? ਆਮ ਆਦਮੀ ਪਾਰਟੀ ਇੰਨੇ ਲੰਬੇ ਸਮੇਂ ਤੋਂ ਰੌਲਾ ਪਾ ਰਹੀ ਸੀ ਕਿ ਸਾਡੇ ਕੋਲ ਰੇਤਾ ਦੀ ਨਿਲਾਮੀ ਕਰਨ ਵਾਸਤੇ ਆਹ ਤੌਰ ਤਰੀਕੇ ਨੇ, ਸ਼ਰਾਬ ਦੇ ਠੇਕੇ ਚਾੜਨ ਵਾਸਤੇ, ਆਬਕਾਰੀ ਨੀਤੀ ਵਾਸਤੇ ਸਾਡੇ ਕੋਲ ਆਹ ਪਾਲਿਸੀ ਹੈ, ਅਸੀਂ ਇਸ ਤਰੀਕੇ ਨਾਲ ਕੰਮ ਕਰਾਂਗੇ ਤਾਂ ਕਿ ਪਿਛਲੀਆਂ ਸਰਕਾਰਾਂ ਵਿੱਚ ਜੋ ਚੋਰਬਜ਼ਾਰੀ ਹੋਈ ਹੈ ਉਹ ਹੁਣ ਨਾ ਹੋਵੇ। ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ, ਤੁਹਾਨੂੰ ਯਾਦ ਵੀ ਨਹੀਂ ਹੋਵੇਗਾ ਤੇ ਸਾਡੇ ਦਰਸ਼ਕਾਂ ਵਿੱਚੋਂ ਬਹੁਤਿਆਂ ਨੂੰ ਵੀ ਯਾਦ ਨਹੀਂ ਹੋਣਾ ਕਿ ਅੱਜ ਤੋਂ 2 ਕੁ ਹਫ਼ਤੇ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕਰਕੇ ਆਬਕਾਰੀ ਨੀਤੀ ਵਾਸਤੇ ਲੋਕਾਂ ਕੋਲੋਂ ਸੁਝਾਅ ਮੰਗੇ ਸੀ। ਤਹਿਸੀਲਾਂ ਦੇ ਜੋ ਹਾਲ ਨੇ, ਚੰਦ ਇੱਕ ਤਹਿਸੀਲਾਂ ਨੂੰ ਛੱਡ ਕੇ ਮੈਂ ਸ਼ਰਤ ਦਾਅਵੇ ਨਾਲ ਕਹਿ ਸਕਦਾ ਵਿਦੇਸ਼ਾਂ ਵਿੱਚ ਬੈਠੇ ਹੋਏ ਸਾਡੇ ਵਿਅਕਤੀ, ਤੁਸੀਂ ਤਹਿਸੀਲ ਵਿੱਚ ਜਾਓ, ਤੁਹਾਨੂੰ ਬਾਥਰੂਮ ਤੱਕ ਸਾਫ਼ ਨਹੀਂ ਮਿਲਦੇ। ਫੋਟੋਗ੍ਰਾਫਸ ਜਿਹੜੀਆਂ ਹਨ ਉਹ ਠੇਕੇਦਾਰ ਬਿਠਾਏ ਹੋਏ ਨੇ। ਜਿਹੜੀ ਫੋਟੋ 10 ਰੁਪਏ ਦੇ ਵਿੱਚ ਜਿਹੜੀ ਹੈ ਪਾਸਪੋਰਟ ਸਾਈਜ਼ ਦੀ ਬਣ ਜਾਂਦੀ ਹੈ, ਉੱਥੇ 200 ਰੁਪਈਆ ਉਹਨਾਂ ਕੋਲੋਂ ਲਿਆ ਜਾਂਦਾ ਹੈ। ਸਰਕਾਰੀ ਠੇਕੇ ਚਾੜੇ ਹੋਏ ਨੇ। ਕਿਸੇ ਨੂੰ ਨੋ ਵਨ ਸ਼ੁੱਡ ਬੀ ਕੰਡੈਮਡ ਅਨਹਰਡ, ਭਾਵ ਹਰ ਇੱਕ ਨੂੰ ਆਪਣਾ ਹੱਕ ਰੱਖਣ ਦਾ ਮੌਕਾ ਦਿਓ। ਫਿਰ ਜਦੋਂ ਕੋਈ ਕਾਰਵਾਈ ਨਾ ਹੋਵੇ ਫਿਰ ਤੁਸੀਂ ਗੱਲ ਕਰੋ। ਹੁਣ ਇੱਕ ਚੈਨਲ ਨੂੰ ਇਜਾਰੇਦਾਰੀ ਦੇ ਦੇਣੀ ਤੇ ਉਹਨਾਂ ਦੁਆਰਾ ਉੱਥੋਂ ਪ੍ਰਸਾਰਿਤ ਕੀਤੇ ਗਏ ਹੁਕਮਨਾਮੇ ਨੂੰ ਜੇ ਕੋਈ ਸੋਸ਼ਲ ਮੀਡੀਆ ਤੇ ਜਾਂ ਕਿਸੇ ਤਰੀਕੇ ਦੁਆਰਾ ਪੋਸਟ ਕਰਦਾ ਤਾਂ ਉਸ ਤੇ ਫਿਰ ਕਾਪੀਰਾਈਟ ਸਟ੍ਰਾਈਕ ਆ ਜਾਣਾ। ਇਸ ਗੱਲ ਨੂੰ ਐਕਸਪਲੇਨ ਮਾੜਾ ਮੋਟਾ ਤੇ ਪਿਛਲੇ ਸਾਲਾਂ ਵਿੱਚ ਕੀਤਾ ਗਿਆ, ਪਰ ਬਹੁਤਾ ਇਸ ਗੱਲ ਦਾ ਜਵਾਬ ਸ਼੍ਰੋਮਣੀ ਕਮੇਟੀ ਜਾਂ ਕੋਈ ਦੇ ਨਾ ਸਕਿਆ। ਜਿਹੜਾ ਵਾਅਦਾ ਕੀਤਾ ਹੋਇਆ ਸੀ ਕਿ ਕੁਝ ਦਿਨਾਂ ਦੇ ਅੰਦਰ ਅੰਦਰ ਸੋਸ਼ਲ ਮੀਡੀਆ ਤੇ ਅਸੀਂ ਉਹ ਚੈਨਲ ਚਲਾ ਦੇਣਾ, ਉਹ ਵੀ ਅੱਜ ਚੱਲਿਆ ਨਹੀਂ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਸਿਆਸੀ ਰੌਲੇ ਗੋਲੇ ਦੀ। ਕਾਂਗਰਸ ਦਾ ਨਵਾਂ ਪ੍ਰਧਾਨ ਬਣ ਗਿਆ ਤੇ ਪੁਰਾਣੇ ਪ੍ਰਧਾਨ ਸਾਹਿਬ ਕੀ ਕਹਿੰਦੇ ਨੇ ਉਹ ਦੱਸਾਂਗੇ ਤੁਹਾਨੂੰ, ਤੇ ਕਰੋਨਾ ਦੀ ਕੀ ਸਥਿਤੀ ਹੈ ਉਹਦੇ ਬਾਰੇ ਵੀ ਥੋੜੀ ਬਹੁਤੀ ਗੱਲਬਾਤ ਕਰਾਂਗੇ। ਤੇ ਗੁਰਬਾਣੀ ਪ੍ਰਸਾਰਣ ਜਿਹੜਾ ਸ਼੍ਰੀ ਦਰਬਾਰ ਸਾਹਿਬ ਤੋਂ ਹੁੰਦਾ ਆ, ਉਹ ਮਾਮਲਾ ਕਿੱਥੇ ਤੱਕ ਪਹੁੰਚਿਆ। ਇਸ ਤੋਂ ਇਲਾਵਾ ਹੋਰ ਵੀ ਕਈ ਮੁੱਦੇ ਨੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਵਿਚਾਰਾਂਗੇ। ਤੇ ਮੇਰੇ ਨਾਲ ਵਿਚਾਰ ਚਰਚਾ ਕਰਨ ਲਈ ਅੱਜ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸੁਨੀਲ। ਅੱਜ ਦੀ ਸਭ ਤੋਂ ਵੱਡੀ ਖਬਰ ਤੋਂ ਸ਼ੁਰੂਆਤ ਕਰਦੇ ਹਾਂ। ਰਾਜਾ ਵੜਿੰਗ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਅਹੁਦਾ ਸੰਭਾਲ ਲਿਆ। ਤਾਜ਼ਪੋਸ਼ੀ ਦਾ ਸਮਾਗਮ ਹੋ ਗਿਆ। ਕਿਹੜੇ ਉੱਥੇ ਪਹੁੰਚੇ, ਕਿਹੜੇ ਨਹੀਂ ਪਹੁੰਚੇ, ਤੇ ਪੁਰਾਣੇ ਪ੍ਰਧਾਨ ਸਾਹਿਬ ਦਾ ਕੀ ਰਵੱਈਆ ਰਿਹਾ ਅੱਜ? ਕਾਂਗਰਸ ਦੀ ਇਹ ਵੈਸੇ ਰਵਾਇਤ ਤਾਂ ਬੜੀ ਖੂਬਸੂਰਤ ਰਹੀ ਹੈ। ਜੇ ਅਸੀਂ ਪਿਛਲੇ ਪ੍ਰਧਾਨ ਨੂੰ ਹਟਾ ਕੇ ਨਵੇਂ ਪ੍ਰਧਾਨ ਲਾਉਣ ਦੀ ਗੱਲ ਕਰੀਏ ਤੇ ਜਦੋਂ ਸੁਨੀਲ ਜਾਖੜ ਨੂੰ ਹਟਾ ਕੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਸੀ ਤਾਂ ਨਵਜੋਤ ਸਿੰਘ ਸਿੱਧੂ ਦਾ ਤਾਜਪੋਸ਼ੀ ਸਮਾਗਮ, ਬਲਕਿ ਉਸ ਤੋਂ ਪਹਿਲਾਂ ਮੈਂ ਕਦੇ ਕਾਂਗਰਸ ਦੇ ਪ੍ਰਧਾਨ ਵਾਸਤੇ, ਹੋ ਸਕਦਾ ਮੈਂ ਗਲਤੀ ਹੋਵਾਂ, ਪਰ ਉਸ ਨੂੰ ਕਾਂਗਰਸ ਦੇ ਪ੍ਰਧਾਨ ਨੂੰ ਨਿਯੁਕਤ ਕਰਨ ਵਾਸਤੇ ਜੋ ਮਾੜਾ ਮੋਟੇ ਕੋਈ ਰਸਮ ਰਵਾਇਤ ਹੁੰਦੀਆਂ, ਉਹਨਾਂ ਦੇ ਬਾਰੇ ਮੈਂ ਤਾਜਪੋਸ਼ੀ ਲਫ਼ਜ਼ ਨਹੀਂ ਸੀ ਸੁਣਿਆ। ਪਰ ਸਾਬਤ ਉਹ ਕੰਡਿਆਂ ਦਾ ਤਾਜ ਹੋਇਆ। ਕੰਡਿਆਂ ਦਾ ਤਾਜ ਇਸ ਕਰਕੇ ਕਿ ਸਿੱਧੂ ਸਾਹਿਬ ਥੋੜ੍ਹੇ ਜਿਹੇ ਦਿਨਾਂ ਲਈ ਕਾਂਗਰਸ ਦੇ ਪ੍ਰਧਾਨ ਬਣੇ
ਤੇ ਕਾਂਗਰਸ ਦਾ ਪ੍ਰਧਾਨ ਬਣ ਕੇ ਵੀ ਮੁੱਖ ਮੰਤਰੀ ਦੇ ਨਾਲ ਉਹਨਾਂ ਦੀ ਖਹਿਬਾਜ਼ੀ ਚੱਲੀ। ਕੈਪਟਨ ਅਮਰਿੰਦਰ ਸਿੰਘ ਨਾਲ, ਫਿਰ ਚਰਨਜੀਤ ਸਿੰਘ ਚੰਨੀ ਨਾਲ, ਕਦੀ ਕਿਸੇ ਨਾਲ, ਕਦੀ ਕਿਸੇ ਨਾਲ। ਅਖੀਰ ਇਸ ਲੜਾਈ ਦੇ ਚਲਦਿਆਂ ਕਾਂਗਰਸ ਬੁਰੀ ਤਰ੍ਹਾਂ ਪੰਜਾਬ ਵਿਧਾਨ ਸਭਾ ਚੋਣ ਹਾਰ ਗਈ। ਹੁਣ ਉਸ ਤੋਂ ਬਾਅਦ ਜਦੋਂ ਕਿ ਸਾਰਾ ਕੁਝ ਠੰਡਾ ਹੋ ਜਾਣਾ ਚਾਹੀਦਾ ਸੀ ਤੇ ਕਾਂਗਰਸ ਜਿਸ ਨੂੰ ਚਿੰਤਨ ਜਾਂ ਮੰਥਨ ਆਖਦੀ ਹੈ ਕਿ ਜਿਹੜਾ ਅਸੀਂ ਕਰਨਾ ਹੈ ਕਿ ਪਤਾ ਲਗਾਉਣੇ ਨੇ ਕਾਰਨ ਹਾਰ ਦੇ, ਤੇ ਉਹਨਾਂ ਨੂੰ ਲਾਉਣ ਵਾਸਤੇ ਜੋ ਮੀਟਿੰਗਾਂ ਵਗੈਰਾ ਕੀਤੀਆਂ ਉਹਨਾਂ ਦਾ ਕੋਈ ਸਾਰਥਕ ਹੱਲ ਅੱਜ ਦੇ ਪ੍ਰੋਗਰਾਮ ਮੁਤਾਬਕ ਨਿਕਲਦਾ ਨਜ਼ਰ ਨਹੀਂ ਆਇਆ। ਇੱਕ ਤੇ ਫਰਕ ਇਹ ਸੀ ਕਿ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਗਿਆ ਤੇ ਬਹੁਤ ਵੱਡਾ ਸਮਾਗਮ ਕੀਤਾ ਗਿਆ। ਇਸ ਤਰ੍ਹਾਂ ਸਟੇਜ ਲਾਈ ਗਈ ਕਿ ਜਿਵੇਂ ਪਤਾ ਨਹੀਂ ਕਿਸੇ ਵਿਦੇਸ਼ੀ ਮਹਿਮਾਨ ਨੇ ਆਉਣਾ ਹੋਵੇ ਤੇ ਕੋਈ ਬਹੁਤ ਵੱਡੇ ਐਲਾਨ ਕਰਨੇ ਹੋਣ। ਐਲਾਨ ਤੇ ਨਹੀਂ ਹੋਏ ਪਰ ਗੱਲਾਂ ਬਹੁਤ ਜ਼ੋਰਦਾਰ ਹੋਈਆਂ। ਚੌਕੇ ਛੱਕੇ ਨਵਜੋਤ ਸਿੰਘ ਸਿੱਧੂ ਨੇ ਉੱਥੋਂ ਮਾਰੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਉੱਥੋਂ ਸਪੀਚ ਦਿੱਤੀ ਤੇ ਸੁਨੀਲ ਜਾਖੜ ਵੀ ਉੱਥੋਂ ਸ਼ਾਇਰਾਨਾ ਅੰਦਾਜ਼ ਦੇ ਵਿੱਚ, ਫਿਲੋਸੋਫੀਕਲ ਅੰਦਾਜ਼ ਦੇ ਵਿੱਚ ਅੰਗਰੇਜ਼ੀ ਦੇ ਕੋਟਸ ਤੇ ਪੰਜਾਬੀ ਦੇ ਤੇ ਹਿੰਦੀ ਦੇ ਤੇ ਉਰਦੂ ਦੇ ਲਫ਼ਜ਼ ਬੋਲਦੇ ਹੋਏ ਸਟੇਜ ਤੋਂ ਉਤਰ ਗਏ। ਸੁਨੀਲ ਜਾਖੜ ਦੁਖੀ ਤੇ ਰਹੇ ਪਰ ਉਸ ਵੇਲੇ ਉਹਨਾਂ ਦੀ ਝੋਲੀ ਦੇ ਵਿੱਚ ਲੱਡੂ ਪੈਂਦਾ ਪੈਂਦਾ ਰਹਿ ਗਿਆ ਕਿ ਮੁੱਖ ਮੰਤਰੀ ਬਣ ਸਕਦੇ ਸਨ। ਉਹਨਾਂ ਦਾ ਨਾਮ ਆ ਗਿਆ ਤੇ ਬੀਬੀ ਅੰਬਿਕਾ ਸੋਨੀ ਵਿੱਚ ਆ ਗਿਆ। ਕਹਿੰਦੇ ਸੀ 42 ਵਿਧਾਇਕ ਮੇਰੀ ਗੱਲ ਕਰਦੇ ਨੇ ਜੀ। ਪਰ ਸੁਨੀਲ ਜਾਖੜ ਤੇ ਨਵਜੋਤ ਸਿੰਘ ਸਿੱਧੂ ਅੱਜ ਦੇ ਸਮਾਗਮ ਵਿੱਚ, ਜਿਸ ਨੂੰ ਤਾਜਪੋਸ਼ੀ ਸਮਾਗਮ ਕਹਿ ਲਓ, ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਹਨਾਂ ਦੇ ਸਾਥੀਆਂ ਨੇ ਇਸ ਨੂੰ ਇੱਕ ਤਾਂ ਬਿਲਕੁਲ ਸਾਦਾ ਰੱਖਿਆ। ਔਰ ਰਾਜਾ ਵੜਿੰਗ ਦੇ ਹੱਥ ਪੰਜਾਬ ਕਾਂਗਰਸ ਦੀ ਕਮਾਨ ਆਈ ਹੈ ਤੇ ਭਾਰਤ ਭੂਸ਼ਣ ਆਸ਼ੂ ਜਿਹੜੇ ਨੇ ਦੂਸਰੇ ਨੰਬਰ ਤੇ ਚੁਣੇ ਗਏ ਨੇ। ਹੋਰ ਉੱਥੇ ਸਾਰੇ ਹੀ ਤਕਰੀਬਨ ਆਗੂ ਮੌਜੂਦ ਸਨ ਪਰ ਕੁਝ ਗਿਣੇ ਚੁਣੇ ਆਗੂਆਂ ਨੂੰ ਵੇਖਿਆ ਨਹੀਂ ਗਿਆ। ਉਸ ਕਾਂਗਰਸ ਭਵਨ ਦੇ ਵਿੱਚ ਉਹਨਾਂ ਦੀ ਮੌਜੂਦਗੀ ਤਾਂ ਵੇਖੀ ਗਈ ਪਰ ਕੋਈ ਰਾਜਪਾਲ ਨੂੰ ਮਿਲਣ ਚਲਾ ਗਿਆ, ਕੋਈ ਕਿਸੇ ਪਾਸੇ ਨਿਕਲ ਗਿਆ, ਪਰ ਮੁੱਖ ਸਟੇਜ ਦੇ ਉੱਪਰ ਕੋਈ ਨਜ਼ਰ ਨਹੀਂ ਆਇਆ ਤੇ ਨਾ ਕੋਈ ਉੱਥੇ ਬਹੁਤਾ ਬੋਲਿਆ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਨੁਸ਼ਾਸਨ ਦੇ ਨਾਲ ਹੁਣ ਕੰਮ ਹੋਵੇਗਾ। ਅਨੁਸ਼ਾਸਨ ਕਿਸ ਤਰ੍ਹਾਂ ਬਣਾਉਣਾ, ਉਹ ਤੇ ਪਹਿਲੇ ਦਿਨ ਹੀ ਭੰਗ ਹੋ ਗਿਆ। ਜਿਸ ਤਰ੍ਹਾਂ ਦੇ ਬਿਆਨ ਸੁਨੀਲ ਜਾਖੜ ਨੇ ਪਿਛਲੇ ਦਿਨਾਂ ਦੇ ਵਿੱਚ, ਆਪਣੇ ਰਵਨੀਤ ਬਿੱਟੂ ਨੇ, ਨਾਲ ਦੀ ਨਾਲ ਨਵਜੋਤ ਸਿੱਧੂ ਨੇ, ਚਰਨਜੀਤ ਸਿੰਘ ਚੰਨੀ ਅਜੇ ਚੁੱਪ ਨੇ, ਹੋਰ ਵੀ ਕਈ ਬੋਲ ਰਹੇ ਨੇ ਆਸੇ ਪਾਸਿਓਂ। ਜਿਸ ਤਰ੍ਹਾਂ ਦੀ ਬਿਆਨਬਾਜ਼ੀ ਹੋਈ ਹੈ ਇਸ ਦੇ ਵਿੱਚ ਅਨੁਸ਼ਾਸਨ ਦੀ ਆਉਣ ਵਾਲੇ ਦਿਨਾਂ ਵਿੱਚ ਬਹੁਤੀ ਉਮੀਦ ਰੱਖਣੀ ਘੱਟ ਹੈ। ਪਰ ਅੱਜ ਦੇ ਸਮਾਗਮ ਵਿੱਚ ਜਿਹੜੇ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਖੇਮੇ ਵਾਲੇ ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਹੋਰ ਕਈ ਆਗੂ ਜਿਹੜੇ ਸੀ ਉਹ ਮੌਜੂਦ ਸਨ ਤੇ ਉਹਨਾਂ ਨੇ ਉੱਥੇ ਸ਼ਮੂਲੀਅਤ ਕੀਤੀ ਹੈ। ਤੇ ਕਾਂਗਰਸ ਦੇ ਇੱਕ ਜਿਹੜਾ ਯੂਨਿਟ ਹੁੰਦਾ ਹੈ ਨਾ ਕਿ ਜੋ ਇਸ ਵੇਲੇ ਮੁੱਖ ਧਾਰਾ ਦੇ ਵਿੱਚ ਹੈ, ਜਿਸ ਨੇ ਅਗਲੇ 5 ਸਾਲ ਵਿਰੋਧੀ ਧਿਰ ਦੀ ਭੂਮਿਕਾ ਵੀ ਨਿਭਾਉਣੀ ਹੈ ਤੇ ਉਹਨਾਂ ਨੇ ਅੱਗੇ ਵੀ ਆਉਣਾ ਹੈ, ਉਹਨਾਂ ਦੇ ਵਿੱਚੋਂ ਨਜ਼ਰ ਆਏ। ਹੋ ਸਕਦਾ ਹੈ ਮੇਰਾ ਸਵਲੀਨ, ਮੈਂ ਸਮਝਦਾ ਕਿ ਇਸ ਨੂੰ ਬਹੁਤਾ ਅਸੀਂ ਸਨਸਨੀਖੇਜ਼ ਬਣਾਉਣ ਦੀ ਕੋਸ਼ਿਸ਼ ਨਾ ਕਰੀਏ ਤੇ ਜੇ ਇੱਕ ਮਿੰਟ ਲਈ ਇਹ ਵੀ ਮੰਨ ਲਈਏ ਕਿ ਸੁਨੀਲ ਜਾਖੜ ਤੇ ਨਵਜੋਤ ਸਿੰਘ ਸਿੱਧੂ ਦਾ ਹੀ ਦੇਖਿਆ ਜਾ ਰਿਹਾ ਕਿ ਉਹ ਕਾਂਗਰਸ ਭਵਨ ਦੇ ਵਿੱਚ ਸੀ ਪਰ ਮੋਹਰੇ ਨਜ਼ਰ ਨਹੀਂ ਆਏ। ਪਰ ਉਹਦਾ ਕਾਰਨ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਦੋਵੇਂ ਇਸ ਵੇਲੇ ਵਿਧਾਇਕ ਨਹੀਂ ਤੇ ਵਿਧਾਇਕ, ਖੈਰ ਵਿਧਾਇਕਾਂ ਵਾਲੀ ਗੱਲ ਤਾਂ ਨਹੀਂ ਹੁੰਦੀ ਇਸ ਵੇਲੇ, ਤੇ ਪ੍ਰਧਾਨ ਹੀ ਜਾਂ ਕਾਂਗਰਸ ਦੇ ਮੈਂਬਰ ਹੀ ਉੱਥੇ ਮੌਜੂਦ ਹੋਣੇ ਸਨ। ਪਰ ਹੋ ਸਕਦਾ ਹੈ ਕਿ ਸੋਚ ਲਿਆ ਹੋਵੇ ਕਿ ਜਿੱਤੇ ਹੋਏ ਜਿਹੜੇ ਨੇ ਉਹ ਜ਼ਿਆਦਾ ਮੋਹਰੇ ਰਹਿਣਗੇ ਤੇ ਉਹਨਾਂ ਨੇ ਹੁਣ ਦੇਖਣਾ ਹੈ ਕਿ ਵਿਰੋਧੀ ਧਿਰ ਵਜੋਂ ਅਸੀਂ ਭੂਮਿਕਾ ਕਿਸ ਤਰ੍ਹਾਂ ਦੀ ਨਿਭਾਉਣੀ ਹੈ। ਪਰ ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਦੀ ਮੌਜੂਦਗੀ ਤੇ ਗੈਰ ਮੌਜੂਦਗੀ ਦੋਵੇਂ ਇੱਕੋ ਵੇਲੇ ਉਹ ਜਿਹੜੀਆਂ ਵੇਖੀਆਂ ਗਈਆਂ। ਹੁਣ ਨਵਜੋਤ ਸਿੰਘ ਸਿੱਧੂ ਕੀ ਕਰ ਰਹੇ ਨੇ ਰਾਜਾ ਵੜਿੰਗ ਦੇ ਨਾਮ ਤੇ ਭਾਵੇਂ ਉਹਨਾਂ ਨੇ ਕੋਈ ਇੱਦਾਂ ਦੀ ਸਿੱਧੀ ਗੱਲ ਤਾਂ ਨਹੀਂ ਕੀਤੀ ਕਿ ਜਿੱਥੇ ਕੋਈ ਉਹਨਾਂ ਨੇ ਵਿਰੋਧਤਾ ਦਾ ਕੋਈ ਆਭਾਸ ਸਾਨੂੰ ਕਰਵਾਇਆ ਹੋਵੇ ਜਾਂ ਸਾਨੂੰ ਕਿਤੇ ਲੱਗਾ ਹੋਵੇ ਕਿ ਨਵਜੋਤ ਸਿੰਘ ਸਿੱਧੂ ਅਮਰਿੰਦਰ ਸਿੰਘ ਦੇ ਰਾਜਾ ਵੜਿੰਗ ਦੇ ਖਿਲਾਫ ਨੇ। ਪਰ ਨਾਲ ਦੀ ਨਾਲ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਉਹ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਮਿਲੇ ਨੇ। ਇੱਕ ਤਾਂ ਉਹ ਕਹਿੰਦੇ ਨੇ ਕਿ ਇਹ ਸਰਕਾਰ ਪੰਜਾਬ ਦੇ ਲੋਕਾਂ ਨਾਲ ਧੋਖਾ ਹੋਇਆ ਕਿ ਦੇਖੋ ਜਿਹੜੇ ਵਾਅਦੇ ਕੀਤੇ ਸੀ ਇਹ ਕੁਝ ਵੀ ਨਹੀਂ ਹੈ। ਮਾਡਲ ਦਿੱਲੀ ਦਾ ਉਹ ਲਾਗੂ ਕਰਨ ਦੀ ਗੱਲ ਕਰ ਰਹੇ ਨੇ। ਅਲਕਾ ਲਾਂਬਾ ਤੇ ਜਿਹੜਾ ਅਸੀਂ ਉਹਨਾਂ ਦੇ ਘਰ ਪੁਲਿਸ ਭੇਜਣੀ, ਕੁਮਾਰ ਵਿਸ਼ਵਾਸ ਦੇ ਘਰ ਪੁਲਿਸ ਭੇਜਣੀ, ਮੈਨੂੰ ਠੀਕ ਹੈ ਗੱਲ, ਪਰ ਅੱਜ ਦੇ ਦਿਨ ਉਹ ਅਗਰ ਇੱਧਰ ਹੀ ਇੱਕ ਸੁਰਤਾ, ਇੱਕ ਜੁਟਤਾ ਜਿਹੜੀ ਹੈ ਵਿਖਾਉਂਦੇ ਤੇ ਜ਼ਿਆਦਾ ਬਿਹਤਰ ਹੋਣੀ ਸੀ। ਨਵਜੋਤ ਸਿੰਘ ਸਿੱਧੂ ਅਜੇ ਵੀ ਇੱਕ ਪਾਸੇ ਚੱਲ ਰਹੇ ਨੇ। ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਚੋਣਾਂ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਆਪਣੇ ਬੇਟੇ ਨੂੰ ਸੁਲਤਾਨਪੁਰ ਲੋਧੀ ਤੋਂ ਖੜਿਆਂ ਕਰਕੇ ਔਰ ਕਹਿ ਰਹੇ ਸੀ ਕਾਂਗਰਸ ਨੂੰ ਕਿ ਜਾਓ ਜਿੰਨੇ ਕਾਰਵਾਈ ਕਰਵਾਉਣੀ ਹੈ ਕਰਵਾ ਦਿਓ, ਮੇਰੀ ਟਿਕਟ ਕਟਾ ਦਿਓ, ਹੋਰ ਜੋ ਮੈਨੂੰ ਕਾਂਗਰਸ ਵਿੱਚੋਂ ਕਢਾਉਣਾ ਕਢਵਾ ਕੇ, ਜੇ ਕਿਸੇ 'ਚ ਹਿੰਮਤ ਹੈ ਤੇ ਵੇਖ ਲਵੇ। ਇਸ ਤਰ੍ਹਾਂ ਇੱਕ ਚੈਲੰਜ ਕਰ ਰਹੇ ਸੀ ਤੇ ਨਵਜੋਤ ਸਿੰਘ ਸਿੱਧੂ ਵੀ ਕਿਸੇ ਹੱਦ ਤੱਕ ਚੈਲੰਜ ਕਰ ਰਹੇ ਨੇ। ਮੈਂ ਜੇ ਗਲਤ ਨਹੀਂ, ਸੋਨੀਆ ਗਾਂਧੀ, ਰਾਹੁਲ ਤੇ ਪ੍ਰਿਯੰਕਾ ਦੇ ਖਿਲਾਫ ਉਹ ਕੁਝ ਬੋਲੇ ਨਹੀਂ ਤੇ ਨਾ ਸਿੱਧਾ ਕੋਈ ਕਾਂਗਰਸ ਦੀਆਂ ਨੀਤੀਆਂ ਨੂੰ ਉਹਨਾਂ ਨੇ ਚੈਲੰਜ ਕੀਤਾ। ਪਰ ਪੰਜਾਬ ਦੇ ਕੁਝ ਖਾਸ ਲੋਕਾਂ ਤੋਂ ਨਾ ਖੁਸ਼ ਉਹ ਕੱਲ੍ਹ ਵੀ ਸੀ, ਅੱਜ ਵੀ ਨੇ ਤੇ ਗਾਂ ਵੀ ਰਹਿਣਗੇ। ਇਹ ਗੱਲ ਪੱਕੀ ਹੈ। ਨਵਜੋਤ ਸਿੰਘ ਸਿੱਧੂ ਅਜੇ ਨਾਰਾਜ਼ ਖੇਮੇ ਵਿੱਚ ਹੀ ਨੇ ਜੀ ਤੇ ਉਹਨਾਂ ਦੀ ਨਾਰਾਜ਼ਗੀ
ਕਿ ਉਹਨਾਂ ਦੀ ਨਾਰਾਜ਼ਗੀ ਜਿੱਥੇ ਉਹਨਾਂ ਦਾ ਆਪਣਾ ਵੀ ਕੱਖ ਨਹੀਂ ਰਿਹਾ ਪਹਿਲਾਂ, ਕਿ ਆਪਣੀ ਜਿਹੜੀ ਉਹ ਖਾਸ ਸੀਟ ਸੀ ਉਹ ਵੀ ਹਾਰ ਗਏ, ਤੇ ਇੰਨੀ ਵੱਡੀ ਹਨੇਰੀ ਵੱਗੀ। ਫੇਰ ਵੀ ਜੇ ਹਨੇਰੀ ਵੱਗੀ ਵੀ ਸੀ ਤਾਂ ਕਾਂਗਰਸ ਦੇ ਫੇਰ ਵੀ ਕੁਝ MLA ਜਿੱਤੇ ਨੇ, ਵਿਧਾਇਕ ਜਿੱਤੇ ਹੋਏ ਨੇ, ਉਹ ਵੀ ਤਾਂ ਕਿਸੇ ਕਾਰਨ ਜਿੱਤੇ ਹੀ ਨੇ। ਇਹ ਸੀਟ ਕਿਵੇਂ ਆਪਣੀ ਹਾਰ ਗਏ? ਇਹ ਸਾਰੀਆਂ ਗੱਲਾਂ ਉਹਨਾਂ ਨੂੰ ਸੋਚਣਾ ਪਏਗੀਆਂ। ਜੋ ਜਿਸ ਤਰ੍ਹਾਂ ਦੀ ਪੈਂਠ, ਜਿਸ ਤਰ੍ਹਾਂ ਦਾ ਰੁਤਬਾ ਉਹਨਾਂ ਨੇ ਪੰਜਾਬ ਦੀ ਕਾਂਗਰਸ ਦੇ ਵਿੱਚ ਨਹੀਂ, ਬਲਕਿ ਤੁਸੀਂ ਦੇਖੋ ਕੇਂਦਰ ਦੀ ਜੋ ਕਾਂਗਰਸ ਦੀ ਜੋ ਜਿਹੜੇ ਜਨਰਲ ਇਜਲਾਸ ਕਾਂਗਰਸ ਦੇ ਹੁੰਦੇ ਸੀ, ਤੁਸੀਂ ਪਿਛਲੇ ਸਾਲਾਂ ਦੀਆਂ ਰਿਕਾਰਡਿੰਗਾਂ ਕੱਢ ਕੇ ਦੇਖ ਲਓ ਕਿ ਜਿਸ ਸਮਾਗਮ ਦੇ ਵਿੱਚ ਵੱਡੇ ਵੱਡੇ ਸਾਊਥ ਦੇ, ਦੱਖਣ ਦੇ ਜਾਂ ਉੱਤਰ ਦੇ ਜਿਹੜੇ ਆਗੂ ਸੀ ਕਾਂਗਰਸ ਦੇ ਬੈਠੇ ਹੁੰਦੇ ਸੀ, ਉੱਥੇ ਡਾਕਟਰ ਮਨਮੋਹਨ ਸਿੰਘ ਆ, ਉੱਥੇ ਸੋਨੀਆ ਗਾਂਧੀ ਆ, ਤੇ ਨਵਜੋਤ ਸਿੰਘ ਸਿੱਧੂ ਨੂੰ ਉੱਥੇ ਸਭ ਤੋਂ ਅਖੀਰ ਵਿੱਚ ਬੋਲਣ ਦਾ ਮੌਕਾ ਦਿੱਤਾ ਜਾਂਦਾ, ਤੇ ਵੱਡਾ ਵੱਡਾ ਭਾਸ਼ਣ ਫੇਰ ਉੱਥੇ ਝਾੜਦੇ ਨੇ ਉਹ, ਤੇ ਸਾਰਾ ਜਿਹੜਾ ਉਹ ਮੇਲਾ ਲੁੱਟ ਕੇ ਲੈ ਜਾਂਦੇ ਨੇ। ਤੇ ਅੱਜ ਉਹਨਾਂ ਦੀ ਹਾਲਤ ਇਹ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਵੈਸੇ ਤਾਂ ਇਹ ਹੋ ਗਈ ਸੀ ਕਿ ਨਾ ਤੇ ਉਹਨਾਂ ਨੂੰ ਸਟਾਰ ਪ੍ਰਚਾਰਕ ਦੇ ਤੌਰ ਤੇ ਕਦੇ ਦੂਜੇ ਸੂਬਿਆਂ 'ਚ ਭੇਜਿਆ ਜਾਂਦਾ ਸੀ, ਤੇ ਹੁਣ ਉਹ ਪੰਜਾਬ ਦੇ ਵਿੱਚ ਵੀ ਆਪਣੇ ਹਲਕੇ ਜੋਗੇ ਰਹਿ ਗਏ, ਤੇ ਹਲਕੇ ਦੇ ਵਿੱਚ ਸਿਮਟ ਕੇ ਰਹਿ ਗਏ। ਤੇ ਅੱਜ ਉਹਨਾਂ ਦੀ ਆਵਾਜ਼ ਕੌਣ ਸੁਣੇਗਾ? ਤੇ ਜਿਵੇਂ ਪਿਛਲੀ ਵਾਰੀ ਉਹਨਾਂ ਦੀ ਗੱਲ ਜ਼ਿਆਦਾ ਸੁਣੀ ਗਈ, ਉਸ ਦੇ ਪਿੱਛੇ ਇੱਕ ਕਾਰਨ ਸੀ। ਕੋਈ ਵੀ ਆਪਣੀ ਮੌਜੂਦਾ ਵਿਧਾਇਕ, ਮੌਜੂਦਾ ਉੱਚਾ ਵੱਡਾ ਆਗੂ ਆਪਣੀ ਸਰਕਾਰ ਦੇ ਖਿਲਾਫ ਬੋਲਣ ਤੋਂ ਝਕਦਾ ਹੈ, ਡਰਦਾ ਹੈ, ਤੇ ਉਹਨੂੰ ਮੁੱਦਿਆਂ ਤੇ ਆਧਾਰਿਤ ਕਿਸੇ ਨਾ ਕਿਸੇ ਗੱਲ ਤੇ ਖਿੱਚਦਾ ਹੈ। ਹਾਂ, ਨਿੱਜੀ ਰੰਜਿਸ਼ ਹੋਵੇ ਤੇ ਇੱਕ ਵੱਖਰੀ ਜਿਹੀ ਗੱਲ ਹੈ, ਪਰ ਨਵਜੋਤ ਸਿੰਘ ਸਿੱਧੂ ਦੇ ਸੁਰ ਬਦਲੇ ਹੋਏ ਨੇ। ਕਿ ਉਹ ਜੋ ਕਦੇ-ਕਦੇ ਕਹਿ ਦਿੰਦੇ ਨੇ, ਉਹਨਾਂ ਨੂੰ ਪੱਤਰਕਾਰ ਪੁੱਛਿਆ ਕਿ ਨਰਿੰਦਰ ਮੋਦੀ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹ ਕਹਿੰਦੇ ਨੋ ਕਮੈਂਟਸ। ਫਿਰ ਪੁੱਛਿਆ ਨੋ ਕਮੈਂਟਸ। ਮੇਰਾ ਖਿਆਲ ਹੈ ਕਿ ਸਭ ਦੇ ਦਿਮਾਗ ਵਿੱਚ ਗੱਲ ਹੈ ਕਿਤੇ ਨਾ ਕਿਤੇ ਕਿ ਅਖੀਰ ਆਪਣੇ ਸੰਤਰੀ ਰੰਗ ਦੇ ਘਰ ਵੱਲ ਪਰਤ ਸਕਦੇ ਨੇ ਨਵਜੋਤ ਸਿੰਘ ਸਿੱਧੂ, ਜੇ ਕਾਂਗਰਸ ਉਹਨਾਂ ਨੂੰ ਨਹੀਂ ਸਾਂਭ ਸਕਦੀ। ਪਰ ਪੰਜਾਬ ਦੇ ਵਿੱਚ ਰਹਿ ਕੇ, ਪੰਜਾਬ ਦੀ ਗੱਲ ਕਰਕੇ ਇਸ ਵੇਲੇ ਭਾਜਪਾ ਦਾ ਪੱਲਾ ਫੜਨਾ ਕਿਸੇ ਨੂੰ ਵੀ ਮਹਿੰਗਾ ਪੈ ਸਕਦਾ। ਇਹ ਗੱਲ ਪੱਕੀ ਹੈ ਸਵਲੀਨ ਕਿ ਨਵਜੋਤ ਸਿੰਘ ਸਿੱਧੂ ਨਾਰਾਜ਼ ਹੀ ਨੇ। ਇੱਕ ਸਵਾਲ ਹੈ ਮੇਰਾ ਛੋਟਾ ਜਿਹਾ, ਇਸ ਤੋਂ ਪਹਿਲਾਂ ਕਿ ਮੈਂ ਅਗਲੇ ਮੁੱਦੇ ਤੇ ਜਾਵਾਂ। ਇੱਕ ਸਪੋਰਟਸ ਪਰਸਨ ਪਾਰਟੀ ਦੇ ਵਿੱਚ ਸਪੋਰਟਸਮੈਨਸ਼ਿਪ ਨਹੀਂ ਦਿਖਾ ਰਿਹਾ, ਕੀ ਕਾਰਨ ਮੰਨਦੇ ਹੋ? ਉਹ ਪੰਜਾਬ ਦੀ ਪੋਲਿਟਿਕਸ ਲਈ ਫਿੱਟ ਨਹੀਂ ਹੈ ਕਿ ਜ਼ਿਆਦਾ ਇਮਾਨਦਾਰ ਨੇ? ਦੇਖੋ, ਇਹਨੂੰ ਫਿੱਟ ਵੀ, ਦੋਵੇਂ ਗੱਲਾਂ ਨੂੰ ਤੁਸੀਂ ਇਸੇ ਤਰ੍ਹਾਂ ਬਰਾਬਰ ਤੋਲ ਸਕਦੇ ਹੋ। ਫਿੱਟ ਕੌਣ ਨਹੀਂ ਹੈ? ਫਿੱਟ ਕਿਵੇਂ ਹੁੰਦਾ ਬੰਦਾ? ਜਿਸ ਰਾਜਨੀਤਿਕ ਢਾਂਚੇ ਨੇ ਸਾਨੂੰ ਇੰਨੇ ਵੱਡੇ ਪੱਧਰ ਦੀ ਕਰਪਸ਼ਨ, ਇੰਨੇ ਵੱਡੇ ਪੱਧਰ ਦੀ ਗੁੰਡਾਗਰਦੀ ਔਰ ਇਸ ਤਰ੍ਹਾਂ ਦਾ ਲੋਕਾਂ ਦੇ ਉੱਤੇ ਥੋਪਿਆ ਗਿਆ ਝੂਠ ਦਿੱਤਾ ਹੋਵੇ, ਜਿਸ ਸਿਸਟਮ ਨੇ, ਉਸ ਸਿਸਟਮ ਵਿੱਚ ਫਿੱਟ ਹੋਣ ਲਈ ਤੁਹਾਡੀ ਕੀ ਕੁਆਲੀਫਿਕੇਸ਼ਨ ਹੋਵੇਗੀ? ਇਹੋ ਹੀ ਹੋਵੇਗੀ ਕਿ ਤੁਸੀਂ ਵੀ ਉਹਨਾਂ ਵਰਗੇ ਹੋਵੋ ਤਾਂ ਫਿਰ ਤੁਸੀਂ ਪੂਰਨ ਤੌਰ ਤੇ ਫਿੱਟ ਬੈਠੋਗੇ। ਤੁਸੀਂ ਖੇਮੇ ਜਿਹੜੇ ਵਿੱਚ ਖੜੇ ਹੋ, ਕੀ ਤੁਸੀਂ ਉਹਨਾਂ ਦੀ ਹਰ ਜਾਇਜ਼ ਨਾਜਾਇਜ਼ ਗੱਲ ਨੂੰ ਸਹੀ ਠਹਿਰਾਓਗੇ? ਫਿਰ ਤੁਸੀਂ ਫਿੱਟ ਖਵਾਓਗੇ। ਪਰ ਮੈਂ ਸਮਝਦਾ ਕਿ ਜਿਹੜਾ ਤੁਸੀਂ ਸਪੋਰਟਸਮੈਨਸ਼ਿਪ ਵਾਲਾ ਗੱਲ ਕੀਤੀ ਹੈ, ਉਹ ਇੱਕ ਭਾਵਨਾ ਹੁੰਦੀ ਹੈ ਖੇਡ ਖੇਡਣ ਦੀ। ਉਸ ਦੇ ਵਿੱਚ ਇਹ ਹੁੰਦਾ ਹੈ ਕਿ ਨੈਵਰ ਬਿਲੋ ਦ ਬੈਲਟ। ਤੁਸੀਂ ਆਪਣੀਆਂ ਹੱਦਾਂ ਦੇ ਵਿੱਚ ਰਹਿ ਕੇ ਜਿਹੜਾ ਹੈ ਉਹ ਖੇਡਣਾ ਹੈ। ਭਾਵੇਂ ਕਿ ਇੱਕ ਬਾਕਸਰ ਹੈ, ਭਾਵੇਂ ਮਾਰਨੇ ਇੱਕ ਦੂਸਰੇ ਦੇ ਘਸੁੰਨ ਹੁੰਦੇ ਨੇ ਜ਼ੋਰ ਦੇ, ਅਗਲੇ ਦੇ ਮੂੰਹ ਤੇ, ਨੱਕ ਤੇ, ਸਿਰ ਤੇ, ਢਿੱਡ ਤੇ, ਪਰ ਫਿਰ ਵੀ ਸਰੀਰ ਦੇ ਕੁਝ ਅੰਗ ਜਿਹੜੇ ਨੇ ਉਹਨਾਂ ਤੇ ਘਸੁੰਨ ਮਾਰਨਾ ਜਿਹੜਾ ਵਰਜਿਤ ਹੁੰਦਾ। ਤੇ ਘਸੁੰਨ ਬਾਕਸਿੰਗ ਦੇ ਵਿੱਚ ਵੀ ਤੁਸੀਂ ਸਿਰਫ ਘਸੁੰਨ ਮਾਰ ਸਕਦੇ ਹੋ, ਜਿਹੜੀ ਅਸਲੀ ਬਾਕਸਿੰਗ ਆ। ਤੁਸੀਂ ਕਿਸੇ ਦੇ ਗੋਡਾ ਜਾਂ ਲੱਤ ਨਹੀਂ ਮਾਰ ਸਕਦੇ, ਜਾਂ ਇਹ ਵੀ ਗੱਲਾਂ ਦੇਖਣੀਆਂ ਪੈਂਦੀਆਂ ਨੇ। ਉਹ ਹੁੰਦੀ ਹੈ ਗੱਲ। ਤੇ ਜਾਂ ਤੁਸੀਂ ਕੋਈ ਇਸ ਤਰ੍ਹਾਂ ਕਿਸੇ ਨਾਲ ਧੋਖਾ ਨਹੀਂ ਕਰਨਾ। ਉਹ ਸਪੋਰਟਸਮੈਨਸ਼ਿਪ ਉਸ ਪਾਸੇ ਨੂੰ ਆ। ਇਹਦੇ ਨਾਲ ਮੇਰਾ ਖਿਆਲ ਹੈ ਕਿ ਨਾ ਜੋੜਿਆ ਜਾਵੇ। ਹਾਂ, ਡਿਸਿਪਲਿਨ ਕਿਆ ਆਖਿਆ ਜਾ ਸਕਦਾ? ਸਪੋਰਟਸਮੈਨਸ਼ਿਪ ਨਾਲੋਂ ਡਿਸਿਪਲਿਨ ਲਫ਼ਜ਼ ਜਿਹੜਾ ਹੈ ਉਹ ਜ਼ਿਆਦਾ ਬਿਹਤਰ ਹੋਵੇਗਾ। ਜੇ ਕੋਈ ਇੱਥੇ ਇਹ ਸਵਾਲ ਇੱਥੇ ਬਣਦਾ ਹੈ ਕਿ ਉਹ ਕ੍ਰਿਕਟ ਖੇਡਦੇ ਰਹੇ ਨੇ। ਹੁਣ ਜਦੋਂ ਕ੍ਰਿਕਟ ਬੈਟਸਮੈਨ ਕੋਈ ਖੇਡਦਾ ਹੈ, ਓਪਨਿੰਗ ਬੈਟਸਮੈਨ ਸਨ, ਤੇ ਉਹ ਸ਼ਾਟ ਮਾਰਦਾ ਹੈ, ਇੱਕ ਜਾਂ ਦੋ ਰਨ ਮਿਲਣੇ ਨੇ, ਤੇ ਜੇ ਦੂਸਰੇ ਪਾਸੇ ਵਾਲਾ ਭੱਜੇ ਹੀ ਨਾ ਜਾਂ ਉਹਨੂੰ ਜਾਣਬੁੱਝ ਕੇ ਰਨ ਆਊਟ ਕਰਵਾ ਦੇਵੇ, ਤੇ ਫਿਰ ਉੱਥੇ ਜਿਹੜੀ ਹੈ ਉਹ ਡਿਸਿਪਲਿਨ ਦੀ ਘਾਟ ਹੋ ਜਾਂਦੀ। ਡਿਸਿਪਲਿਨ ਹੋਣਾ ਬਹੁਤ ਜ਼ਰੂਰੀ ਹੈ। ਤਾਲਮੇਲ ਨਹੀਂ ਹੈ ਸਿੱਧੂ ਸਾਹਿਬ ਦੇ ਕੋਲ। ਉਹ ਆਪਣੇ ਆਪ ਨੂੰ ਬਹੁਤ ਸੁਪਰੀਮ ਸਮਝਦੇ ਨੇ ਇਸ ਮਾਮਲੇ ਵਿੱਚ। ਠੀਕ ਹੈ, ਉਹਨਾਂ ਕੋਲ ਕੁਆਲੀਫਿਕੇਸ਼ਨ ਇਸ ਗੱਲ ਦੀ ਹੋਵੇਗੀ ਕਿ ਉਹ ਇਮਾਨਦਾਰ ਨੇ। ਅੱਜ ਵੀ ਕੋਈ ਵੀ ਕਿਸੇ ਪਾਰਟੀ ਨਾਲ ਜੁੜਿਆ ਹੋਵੇ ਤੇ ਦੋ ਵਿਅਕਤੀਆਂ ਦੇ ਨਾਮ ਲੈ ਦਿੰਦਾ ਪੰਜਾਬ 'ਚ ਕਿ ਭਗਵੰਤ ਮਾਨ ਤੇ ਨਵਜੋਤ ਸਿੰਘ ਸਿੱਧੂ, ਦੋ ਜਿਹੜੇ ਨੇ ਵਿਅਕਤੀ ਇਹ ਇਮਾਨਦਾਰ ਗਿਣੇ ਜਾ ਸਕਦੇ ਨੇ। ਇਹਨਾਂ 'ਤੇ ਕੋਈ ਇਲਜ਼ਾਮ ਨਹੀਂ ਹੈ, ਪਰ ਦੂਸਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਐਬਿਲਿਟੀ ਵੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਜੀ, ਤੁਸੀਂ ਦੋ ਵਿਅਕਤੀਆਂ ਦੇ ਨਾਂ ਲਏ ਤੇ ਨਵਜੋਤ ਸਿੰਘ ਸਿੱਧੂ ਨੇ ਵੀ ਇੱਕ ਤਾਜ਼ਾ ਹੀ ਭਾਸ਼ਣ ਹੁਣ ਦਿੱਤਾ। ਕਹਿੰਦੇ ਜੇ ਭਗਵੰਤ ਮਾਨ ਭ੍ਰਿਸ਼ਟਾਚਾਰ ਦੇ ਖਿਲਾਫ ਆ ਤੇ ਮੈਂ ਭਗਵੰਤ ਮਾਨ ਦੇ ਨਾਲ ਆ। ਬਿਲਕੁਲ ਬਿਲਕੁਲ। ਖੈਰ, ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਇਸ ਵੇਲੇ ਇੱਕ ਵੇਲਾ ਜਿਹੜਾ ਆ ਛੋਟੀ ਜਿਹੀ ਬ੍ਰੇਕ ਦਾ ਆ। ਬਹੁਤ ਜਲਦ ਹਾਜ਼ਰ ਹੁੰਦੇ ਆ।
ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ 'ਚ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਪੰਜਾਬ 'ਚ ਸਰਕਾਰ ਬਦਲ ਗਈ ਹੈ ਭਾਵੇਂ, ਪਰ ਮੁਸੀਬਤਾਂ ਉਹੀ ਨੇ। ਜਿਹੜੀ ਹੁਣ ਸਰਕਾਰ ਆਈ, ਮਾਨ ਸਰਕਾਰ, ਇਹ ਕਹਿੰਦੀ ਰੇਤ ਮਾਫੀਆ ਨੂੰ ਕੰਟਰੋਲ ਕਰਨਾ ਸਾਡਾ ਮੁੱਖ ਉਦੇਸ਼ ਹੈ। ਜਿਹੜੀ ਇਸ ਤੋਂ ਪਹਿਲਾਂ ਸੀ ਚੰਨੀ ਸਰਕਾਰ, ਉਹ ਵੀ ਕਹਿੰਦੀ ਸੀ, ਉਹਨਾਂ ਨੇ ਵੀ ਬੜੇ ਡਰਾਮੇ ਕੀਤੇ ਰੇਤ ਮਾਫੀਆ ਨੂੰ ਨਕੇਲ ਪਾਉਣ ਲਈ, ਤੇ ਉਹਨਾਂ ਦੇ ਮੈਂਬਰ ਨਵਜੋਤ ਸਿੰਘ ਸਿੱਧੂ ਕਹਿੰਦੇ ਸੀ ਵੀ ਇਹ ਇੰਨਾ ਈਜ਼ੀ ਨਹੀਂ ਹੈ, ਕੰਟਰੋਲ ਹੋ ਨਹੀਂ ਰਿਹਾ। ਕੀ ਸਰਕਾਰ ਦੇ ਹੱਥ ਵੱਸ ਨਹੀਂ ਹੈ ਰੇਤ ਮਾਫੀਆ ਨੂੰ ਕੰਟਰੋਲ ਕਰਨਾ? ਸਭਰੀਨ, ਜੇ ਤਾਂ ਕੋਈ ਇੱਕ ਮੁੱਦਾ ਹੋਵੇ, ਜਿਵੇਂ ਸ਼ੋਲੇ ਫਿਲਮ ਦੇ ਵਿੱਚ, ਉਹ ਫਿਲਮ ਹੈ, ਫਿਲਮ ਦੀ ਸਟੋਰੀ ਹੈ, ਪਰ ਡਾਇਲੌਗ ਕਈ ਵਾਰੀ ਬੜੇ ਕੰਮ ਦੇ ਹੁੰਦੇ ਨੇ। ਉਹਦੇ ਵਿੱਚ ਉਹ ਜਿਵੇਂ ਕਹਿੰਦੇ ਨੇ ਕਿ ਗੱਬਰ ਸਿੰਘ ਨੂੰ ਫੜਨਾ ਹੈ ਜਿੰਦਾ, ਉਹ ਕਹਿੰਦਾ ਠਾकुर साहब गब्बर कोई बकरी का बच्चा तो नहीं, दौड़े और पकड़ लिया। ਇਹ ਇਸੇ ਤਰ੍ਹਾਂ ਤੁਸੀਂ ਕੀ ਲਫ਼ਜ਼ ਵਰਤਿਆ ਮਾਫੀਆ। ਮਾਫੀਆ ਕੀ ਹੁੰਦਾ? ਮਾਫੀਆ ਇਹ ਹੈ ਵੀ ਜਿਸ ਵਿੱਚ ਇੱਕ ਤੋਂ ਇੱਕ ਵੱਧ ਬੰਦੇ ਇੱਕ ਦੂਸਰੇ ਨਾਲ ਇੰਟਰਕਨੈਕਟਡ ਹੋਣ, ਗਰੋ ਉਹਨਾਂ ਦੇ ਨੈਕਸਸ ਬਣੇ ਹੋਣ, ਤੇ ਉਹ ਜੁੜੇ ਹੋਏ ਕਿਸੇ ਗੈਰ ਕਾਨੂੰਨੀ ਕਾਰਵਾਈ ਦੇ ਵਿੱਚ ਸ਼ਾਮਲ ਹੋਣ, ਤੇ ਲਗਾਤਾਰ ਆਪਣਾ ਇੱਕ ਨੈਕਸਸ, ਜਿਸ ਨੈਕਸਸ ਦੇ ਵਿੱਚ ਕੋਈ ਆਮ ਵਿਅਕਤੀ ਵੀ ਹੋ ਸਕਦਾ ਹੈ, ਕੋਈ ਠੇਕੇਦਾਰ ਵੀ ਹੋ ਸਕਦਾ ਹੈ, ਕੋਈ ਸਰਕਾਰੀ ਅਫਸਰ ਵੀ ਹੋ ਸਕਦਾ ਹੈ, ਤੇ ਕੋਈ ਰਾਜਨੀਤੀਵਾਨ ਵੀ ਹੋ ਸਕਦਾ ਹੈ। ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੀ ਸਰਕਾਰ ਤੇ ਉਸ ਤੋਂ ਪਿਛਲੀ ਸਰਕਾਰ, ਅਕਾਲੀ ਤੇ ਕਾਂਗਰਸ ਵਾਲੇ ਦੋਨਾਂ ਦੇ ਕੁਝ ਖਾਸ ਮੰਤਰੀਆਂ ਦੇ ਨਾਮ ਜਿਹੜੇ ਨੇ ਸਿੱਧੇ ਤੌਰ ਤੇ ਮਾਈਨਿੰਗ ਦੇ ਨਾਲ ਜੁੜੇ ਰਹੇ ਨੇ। ਹਾਲਾਂਕਿ ਕਿਸੇ ਤੇ ਸਾਬਤ ਅੱਜ ਤੱਕ ਕੁਝ ਨਹੀਂ ਹੋਇਆ। ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜੇ ਵਿਧਾਇਕ ਜਿਹੜੇ ਸੀ ਆਵਾਜ਼ ਉਠਾਉਂਦੇ ਸੀ, ਉਹਨਾਂ ਦੇ ਵੀ ਮਾਈਨਿੰਗ ਦੇ ਠੇਕੇ ਨਿਕਲੇ ਮੁੜ ਕੇ। ਤੇ ਹੁਣ ਇਸੇ ਤਰ੍ਹਾਂ ਅਨੰਦਪੁਰ ਸਾਹਿਬ ਦੇ ਵਿੱਚ ਦੱਸਿਆ ਗਿਆ ਕਿ ਇਹ ਕਾਂਗਰਸ ਦੇ ਇੱਕ ਵੱਡੇ ਆਗੂ ਰਾਣਾ KP ਸਿੰਘ ਦੇ ਰਿਸ਼ਤੇਦਾਰ ਦਾ ਜਿਹੜਾ ਇੱਕ ਖੱਡ ਜਿਹੜੀ ਹੈ, ਉਸ ਨੂੰ ਕੱਲ੍ਹ ਬੰਦ ਕਰਨ ਦਾ ਹੁਕਮ ਦੇ ਦਿੱਤਾ ਗਿਆ ਕਿ ਇਹ ਖੱਡਾਂ ਜਿਹੜੀਆਂ ਹਨ ਇੱਥੇ ਬੰਦ ਕਰ ਦਿਓ। ਤੇ ਅੱਜ ਇੱਕ ਮਾਈਨਿੰਗ ਅਫਸਰ ਨੂੰ ਮੁਅੱਤਲ ਕਰ ਦਿੱਤਾ ਗਿਆ, ਸਸਪੈਂਡ ਕੀਤਾ ਗਿਆ। ਉਸ ਦੀ ਬਦਲੀ ਨਹੀਂ ਕੀਤੀ, ਬਲਕਿ ਸਸਪੈਂਡ, ਉਸ 'ਤੇ ਕੇਸ ਚੱਲੇਗਾ। ਜੋ ਸਾਬਤ ਹੋ ਜਾਂਦਾ ਡਿਸਮਿਸ ਵੀ ਹੋ ਸਕਦਾ ਹੈ, ਜਾਂ ਉਹ ਦੁਬਾਰਾ ਬਹਾਲ ਹੋ ਜਾਵੇਗਾ ਜੇ ਉਹ ਬੇਗੁਨਾਹ ਸਾਬਤ ਹੁੰਦਾ ਹੈ। ਹੁਣ ਇਹ ਕਾਰਵਾਈਆਂ ਆਪਣੇ ਆਪ ਦੇ ਵਿੱਚ ਵੱਡੀਆਂ ਨੇ। ਕਾਂਗਰਸ ਇਹ ਕਹਿ ਰਹੀ ਹੈ ਕਿ ਜਿਹੜੀ ਰੇਤੇ ਦੀ ਟਰਾਲੀ ਅੱਜ ਤੋਂ 6 ਮਹੀਨੇ ਪਹਿਲਾਂ 4500 ਦੀ ਮਿਲਦੀ ਸੀ, ਉਹ ਜਿਹੜੀ ਹੈ ਹੁਣ 9000 ਨੂੰ ਮਿਲ ਰਹੀ ਹੈ। ਅਸਲੀਅਤ ਗੱਲ ਇਹ ਹੈ ਕਿ ਗੈਰ ਕਾਨੂੰਨੀ ਕੰਮ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ, ਇਹ ਗੱਲ ਯਾਦ ਰੱਖਣ ਵਾਲੀ ਹੈ, ਦੁਨੀਆ ਦੇ ਕਿਸੇ ਵੀ ਮੁਲਕ ਵਿੱਚ, ਕਿਸੇ ਵੀ ਖਿੱਤੇ ਵਿੱਚ ਪੂਰਨ ਤੌਰ ਤੇ ਨਹੀਂ ਰੁਕਦੇ। ਉਹਨਾਂ ਤੇ ਕਿਸੇ ਹੱਦ ਤੱਕ ਹੀ ਨੱਥ ਪਾਈ ਜਾ ਸਕਦੀ ਹੈ, ਇਹੋ ਹੀ ਸੰਭਵ ਹੁੰਦਾ। ਪਰ ਕੀ ਪੰਜਾਬ ਸਰਕਾਰ ਇਸ ਵਿੱਚ ਕਾਮਯਾਬ ਹੋ ਰਹੀ ਹੈ? ਇੱਕ ਤੇ ਇਹ ਹੈ ਕਿ ਸਰਕਾਰ ਜਦੋਂ ਬਣੀ ਹੈ ਮਾਰਚ ਮਹੀਨੇ ਦੇ ਵਿੱਚ 10 ਤਰੀਕ ਨੂੰ, ਜਿਹੜੇ ਉਸ ਤੋਂ ਬਾਅਦ ਸਰਕਾਰ ਦਾ ਪਤਾ ਲੱਗਾ ਕਿ ਕੌਣ ਸਰਕਾਰ ਬਣਾਵੇਗਾ ਤੇ ਸਰਕਾਰ ਕਿਹੜੀ ਹੋਵੇਗੀ। ਹੁਣ ਜਦੋਂ ਬਣ ਜਾਂਦੀ ਹੈ ਸਰਕਾਰ, ਤੇ ਫਿਰ ਅਸੀਂ ਸਥਿਤੀ ਦੇਖਦੇ ਹਾਂ ਕਿ ਉਹਨਾਂ ਨੇ ਕੀ ਕਰਨਾ ਸੀ। ਦੋ ਵੱਡੇ ਮੁੱਦੇ ਸੀ, ਉਹ ਸੀ ਰੇਤਾ ਦਾ ਤੇ ਆਬਕਾਰੀ ਨੀਤੀ। ਆਬਕਾਰੀ ਨੀਤੀ ਜਿਸ ਦੇ ਤਹਿਤ ਸ਼ਰਾਬ ਦੇ ਠੇਕੇ, ਸ਼ਰਾਬ ਦਾ ਹੋਰ ਸਾਰਾ ਸਿਸਟਮ ਜਿਹੜਾ ਹੈ ਉਹ ਬਣਾਇਆ ਜਾਣਾ। ਆਮ ਆਦਮੀ ਪਾਰਟੀ ਇੰਨੇ ਲੰਬੇ ਸਮੇਂ ਤੋਂ ਰੌਲਾ ਪਾ ਰਹੀ ਸੀ ਕਿ ਸਾਡੇ ਕੋਲ ਰੇਤਾ ਦੀ ਨਿਲਾਮੀ ਕਰਨ ਵਾਸਤੇ ਆਹ ਤੌਰ ਤਰੀਕੇ ਨੇ, ਸ਼ਰਾਬ ਦੇ ਠੇਕੇ ਚਾੜਨ ਵਾਸਤੇ, ਆਬਕਾਰੀ ਨੀਤੀ ਵਾਸਤੇ ਸਾਡੇ ਕੋਲ ਆਹ ਪਾਲਿਸੀ ਹੈ, ਅਸੀਂ ਇਸ ਤਰੀਕੇ ਨਾਲ ਕੰਮ ਕਰਾਂਗੇ ਤਾਂ ਕਿ ਪਿਛਲੀਆਂ ਸਰਕਾਰਾਂ ਵਿੱਚ ਜੋ ਚੋਰਬਜ਼ਾਰੀ ਹੋਈ ਹੈ ਉਹ ਹੁਣ ਨਾ ਹੋਵੇ। ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ, ਤੁਹਾਨੂੰ ਯਾਦ ਵੀ ਨਹੀਂ ਹੋਵੇਗਾ ਤੇ ਸਾਡੇ ਦਰਸ਼ਕਾਂ ਵਿੱਚੋਂ ਬਹੁਤਿਆਂ ਨੂੰ ਵੀ ਯਾਦ ਨਹੀਂ ਹੋਣਾ, ਕਿ ਅੱਜ ਤੋਂ 2 ਕੁ ਹਫ਼ਤੇ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕਰਕੇ ਆਬਕਾਰੀ ਨੀਤੀ ਵਾਸਤੇ ਲੋਕਾਂ ਕੋਲੋਂ ਸੁਝਾਅ ਮੰਗੇ ਸੀ। ਕੀ ਮਤਲਬ ਹੈ ਇਸ ਗੱਲ ਦਾ? ਤੁਸੀਂ ਇੱਕ ਪਾਸੇ ਤੇ ਤੁਸੀਂ ਭੰਡਦੇ ਰਹੇ ਹੋ 15 ਸਾਲ ਵਾਸਤੇ, 10 ਸਾਲ ਘੱਟੋ ਘੱਟ ਤੇ ਹੈ ਨਹੀਂ ਨਾ, ਕਿ ਤੁਸੀਂ ਇਹ ਕੀ ਕਰਦੀਆਂ ਰਹੀਆਂ ਸਰਕਾਰਾਂ ਪਿਛਲੀਆਂ, ਉਹਨਾਂ ਨੂੰ ਆਹ ਕਰਨਾ ਚਾਹੀਦਾ ਸੀ, ਆਹ ਕਰਨਾ ਚਾਹੀਦਾ। ਦਿੱਲੀ ਵਿੱਚ ਤੁਹਾਡੀ ਆਪਣੀ ਸਰਕਾਰ ਹੈ, ਉੱਥੇ ਦੀ ਆਪਣੀ ਇੱਕ ਆਬਕਾਰੀ ਨੀਤੀ ਬਣੀ ਹੋਈ ਹੈ। ਤੁਹਾਨੂੰ ਅੱਜ ਤੱਕ ਤੁਸੀਂ ਆਪਣਾ ਹੋਮਵਰਕ ਕਿਉਂ ਨਾ ਕੀਤਾ? ਇਸੇ ਤਰ੍ਹਾਂ ਲੋਕਾਂ ਤੋਂ ਸੁਝਾਅ ਮੰਗਣੇ। ਹੁਣ ਜੇ ਮੈਂ ਆਪਣੀ ਗੱਲ ਕਰਾਂ, ਮੇਰੀ ਕੁਆਲੀਫਿਕੇਸ਼ਨ ਨਹੀਂ ਹੈ, ਮੇਰਾ ਫੀਲਡ ਹੋਰ ਹੈ, ਮੇਰੀ ਪੜ੍ਹਾਈ ਹੋਰ ਹੈ, ਮੈਂ ਹੋਰ ਕੁਝ ਪੜ੍ਹਿਆ ਹੋਇਆ, ਤੁਹਾਡਾ ਮੈਨੂੰ ਪਤਾ ਨਹੀਂ। ਪਰ ਇਹ ਇੱਕ ਇਕੋਨੋਮਿਸਟ ਦਾ ਕੰਮ ਹੈ, ਇੱਕ ਹੋਰ ਵਿਅਕਤੀ ਦਾ ਕੰਮ ਹੈ ਜਿਹੜੇ ਇਸ ਗੱਲ ਦੇ ਖੇਤ ਦੇ ਮਾਹਰ ਹੋਣਗੇ। ਫਿਰ ਵੱਡੇ ਵੱਡੇ ਸਰਕਾਰੀ ਅਫਸਰ ਕਿਸ ਕੰਮ ਲਈ ਨੇ? ਤੁਹਾਡੇ ਇਕੋਨੋਮਿਸਟ ਕਿਸ ਕੰਮ ਲਈ ਹੁੰਦੇ ਨੇ? PV ਨਰਸਿਮਹਾ ਰਾਓ ਨੇ ਘਰ ਬੈਠੇ ਹੋਏ ਡਾਕਟਰ ਮਨਮੋਹਨ ਸਿੰਘ ਨੂੰ, ਜੋ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਦੀ ਪੋਸਟ ਤੇ ਰਹਿ ਚੁੱਕੇ ਸੀ ਤੇ ਹੋਰਨਾਂ ਪੋਸਟਾਂ ਤੇ ਵੀ ਹੋਣਗੇ, ਪਰ ਰਾਜਨੀਤੀ ਵਿੱਚ ਉਹ ਨਹੀਂ ਸੀ। ਪਰ PV ਨਰਸਿਮਹਾ ਰਾਓ ਦੀ ਜਦੋਂ ਸਰਕਾਰ ਆਉਂਦੀ ਹੈ ਤੇ ਡਾਕਟਰ ਮਨਮੋਹਨ ਸਿੰਘ ਨੂੰ ਲੈ ਆਂਦਾ ਉਹਨਾਂ ਨੇ ਕਿ ਭਾਈ ਬਣਾਓ, ਵਿੱਤ ਮੰਤਰੀ ਬਣੋ ਦੇਸ਼ ਦੇ ਤੇ ਬਣਾਓ ਨੀਤੀਆਂ। ਉਹਨਾਂ ਨੇ ਫਿਰ ਕੀ ਬਣਾਈਆਂ? ਉਹਨਾਂ ਨੇ ਮਨਟੇਕ ਸਿੰਘ ਆਹਲੂਵਾਲੀਆ ਨੂੰ ਲੈ ਆਂਦਾ, ਯੋਜਨਾ ਕਮਿਸ਼ਨ ਬਣਾ ਦਿੱਤਾ ਜੋ ਅਗਲੇ ਸਾਲਾਂ ਤੱਕ ਕਾਇਮ ਰਿਹਾ। ਡਾਕਟਰ ਮਨਮੋਹਨ ਸਿੰਘ ਖੁਦ ਪ੍ਰਾਈਮ ਮਿਨਿਸਟਰ ਵੀ ਬਣੇ।
ਇੰਨੀ ਵੈਲਿਊ ਹੁੰਦੀ ਹੈ ਇੱਕ ਚੰਗੇ ਇਕਨੋਮਿਸਟ ਦੀ, ਦੁਨੀਆ ਦੇ ਵਿੱਚ ਮੰਨੀ ਹੋਈ ਗੱਲ ਹੈ ਕਿ ਅਜੇ ਤੱਕ ਜਿਹੜੇ ਆਮ ਵਿਅਕਤੀਆਂ ਤੋਂ ਰਾਏ ਪੁੱਛੀ ਜਾ ਰਹੀ ਹੈ ਕਿ ਸਰਕਾਰ ਦੱਸਣ ਦੀ ਖੇਚਲ ਕਰੇਗੀ ਕਿ ਇੱਕ ਮੇਰੇ ਵਰਗਾ ਆਮ ਵਿਅਕਤੀ ਇਹਨਾਂ ਨੂੰ ਕੀ ਰਾਏ ਦੇ ਸਕਦਾ ਹੈ ਤੇ ਕਿਸ ਕਿਸਮ ਦੀਆਂ ਰਾਏ ਆਉਣਗੇ ਤੇ ਮੰਨਣਗੇ ਕਿਹਦੀ। ਕੀ ਉੱਥੇ ਕੋਈ ਪੁੱਛਿਆ ਗਿਆ ਸੀ? ਜਿਵੇਂ ਆਪਸ਼ਨਾਂ ਪੁੱਛੀਆਂ ਗਈਆਂ ਸੀ ਕਿ ਮੁੱਖ ਮੰਤਰੀ ਕਿਹਨੂੰ ਬਣਾਈਏ, ਉੱਥੇ ਤੇ ਆਪਸ਼ਨਾਂ ਦੇ ਦਿੱਤੀਆਂ। ਇੱਥੇ ਕੀ ਲੋਕੀ ਸਲਾਹ ਦੇ ਸਕਦੇ ਨੇ ਤੁਹਾਨੂੰ? ਇਹਨਾਂ ਨੂੰ ਚਾਹੀਦਾ ਸੀ ਵੱਡੇ ਇਕਨੋਮਿਸਟ ਫੜਦੇ, ਖੁਦ IIT ਦੇ ਗ੍ਰੈਜੂਏਟ ਨੇ ਅਰਵਿੰਦ ਕੇਜਰੀਵਾਲ ਤੇ ਹੋਰ ਵੀ ਇਹਨਾਂ ਕੋਲ ਪੜ੍ਹੇ ਲਿਖੇ ਵਿਅਕਤੀ ਮੌਜੂਦ ਨੇ, ਉਹਨਾਂ ਚੋਂ ਫੜਦੇ ਕਿਸੇ ਨੂੰ, ਪੁਰਾਣੇ ਕਿਸੇ IAS ਅਫਸਰ ਨੂੰ ਲੈਂਦੇ, ਸਾਫ਼ ਛਵੀ ਵਾਲੇ ਨੂੰ, ਤੇ ਫਿਰ ਉਹਨਾਂ ਨੂੰ ਪੁੱਛਦੇ ਭਾਈ ਕਿਹੜੀ ਨੀਤੀ ਤਹਿਤ ਕੰਮ ਕੀਤਾ ਜਾਵੇ। ਜਿਹੜੇ ਮੌਜੂਦਾ ਅਫਸਰ ਨੇ ਉਹਨਾਂ ਨੂੰ ਬਿਠਾਉਂਦੇ। ਇਹ ਲੋਕਾਂ ਕੋਲੋਂ ਪੁੱਛਣ ਵਾਲੀ ਕੋਈ ਗੱਲ ਨਹੀਂ ਸੀ। ਇੱਥੇ ਮੈਨੂੰ ਲੱਗਾ ਕਿ ਸਰਕਾਰ ਫਿਸਲੀ ਹੈ। ਹਾਂ, ਇੱਕ ਤੇ ਮਾਰਚ 31 ਲਾਗੇ ਆ ਗਈ, ਉਸ ਰੇਤਾ ਦੀ ਨਵੀਆਂ ਖੱਡਾਂ ਵੀ ਚੜ੍ਹਨੀਆਂ ਸੀ ਤੇ ਸ਼ਰਾਬ ਦੇ ਠੇਕੇ ਵੀ ਚੜ੍ਹਨੇ ਸੀ, ਪਰ ਉਹਨਾਂ ਨੂੰ 3 ਮਹੀਨੇ ਲਈ ਅੱਗੇ ਐਡਵਾਂਸ ਕਰ ਦਿੱਤਾ ਗਿਆ। ਚਲੋ ਤਸੱਲੀ ਨਾਲ ਕੋਈ ਫੈਸਲਾ ਲੈਣਾ ਹੋਵੇ ਤੇ ਚੰਗੀ ਗੱਲ ਹੈ, ਪਰ ਸਰਕਾਰ ਕੋਲ ਅੱਜ ਵੀ ਜਿਹੜੀਆਂ ਹਨ ਉਹ ਨੀਤੀਆਂ ਦੀ ਘਾਟ ਹੈ। ਆਬਕਾਰੀ ਨੀਤੀ ਬਾਰੇ ਤੁਹਾਨੂੰ ਮੈਂ ਉਹਦਾ ਵਿਖਿਆਨ ਕੀਤਾ ਕਿ ਕਿਵੇਂ ਲੋਕਾਂ ਕੋਲੋਂ ਪੁੱਛਿਆ ਗਿਆ। ਤੇ ਦੂਸਰਾ, ਰੇਤਾ ਦੀ ਨੀਤੀ ਬਾਰੇ ਵੀ ਹੁਣ ਅਫਸਰਾਂ ਨੂੰ ਕਿਹਾ ਗਿਆ ਕਿ ਥੋੜੇ ਦਿਨਾਂ ਦੇ ਵਿੱਚ ਨਵੀਂ ਨੀਤੀ ਤਿਆਰ ਕਰੋ। ਅਫਸਰਾਂ ਨੇ, ਜੇ ਉਹੀ ਅਫਸਰਾਂ ਨੇ ਤਿਆਰ ਕਰਨੀ ਹੈ ਤੇ ਫਿਰ ਉਹਦੇ ਵਿੱਚ ਜਿਹੜੀਆਂ ਚੋਰ ਮੋਰੀਆਂ ਨੇ ਮੌਜੂਦਾ ਨੀਤੀ ਰਹਿਣ ਤੇ ਉਹਨਾਂ ਨੇ ਸੋਚ ਸਮਝ ਕੇ ਬਣਾਈ ਹੋਵੇਗੀ। ਸਰਕਾਰ ਨੇ ਜੇ ਬਣਾਈ ਹੈ ਜਾਂ ਅਫਸਰਾਂ ਨੇ ਬਣਾਉਣੀ ਹੁੰਦੀ ਹੈ, ਮਾਹਿਰਾਂ ਨੇ, ਪਰ ਤੁਸੀਂ ਉਸ ਦੀਆਂ ਚੋਰ ਮੋਰੀਆਂ ਤਾਂ ਬੰਦ ਕਰੋ। ਰੇਟ ਤੈਅ ਕਰੋ, ਲੋਕਾਂ ਨੂੰ ਰੇਤਾ ਮਿਲਣੀ ਸ਼ੁਰੂ ਹੋਵੇ, ਖੱਜਲ ਖੁਆਰੀ ਨਾ ਹੋਵੇ। ਹਾਂ, ਮਹਿੰਗੀ ਹੋ ਸਕਦੀ ਹੈ, ਪਰ ਜੋ ਕਾਂਗਰਸ ਵਾਲੇ ਕਹਿ ਰਹੇ ਨੇ ਕਿ ਉਦੋਂ 4500 ਦੀ ਤੇ ਹੁਣ 9000 ਦੀ ਹੈ, ਚੋਰ ਬਾਜ਼ਾਰੀ ਘਟੀ ਹੈ, ਨੱਥ ਪਈ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਪਰ ਸਰਕਾਰ ਕੋਲ ਨੀਤੀ ਦੀ ਘਾਟ ਹੈ। ਨੀਅਤ ਦੀ ਮੈਂ ਕਹਿ ਸਕਦਾ, ਨੀਅਤ ਤੇ ਅਜੇ ਸ਼ੱਕ ਨਹੀਂ ਕੀਤਾ ਜਾ ਸਕਦਾ, ਪਰ ਨੀਤੀ ਦੀ ਘਾਟ ਜ਼ਰੂਰ ਹੈ। ਸਰਕਾਰ ਨੂੰ ਜਲਦੀ ਆਬਕਾਰੀ ਨੀਤੀ ਤੇ ਰੇਤਾ ਦੀ ਨੀਤੀ ਤੇ ਕੰਮ ਕਰਨਾ ਚਾਹੀਦਾ। ਰੇਤ ਇੱਕ ਖਣਿਜਾ ਸਾਡਾ ਵਡਮੁੱਲਾ ਖਜ਼ਾਨਾ ਹੈ। ਰੇਤ ਵਜੂਦ ਤੇਰੇ ਵਿੱਚ ਸੋਨਾ, ਤੈਨੂੰ ਖਬਰ ਨਾ ਆਵੇ, ਹੰਝੂਆਂ ਦਾ ਪਾਣੀ ਘੱਟ ਧੋਵੇਂ ਤੇ ਰੇਤ ਮਿੱਟੀ ਰੁੜ ਜਾਵੇ। ਪਿੱਛੇ ਕੀ ਰਹਿ ਜਾਂਦਾ? ਨਿਰਾ ਸੋਨਾ ਹੈ, ਔਰ ਰੇਤ ਦੇ ਵਿੱਚ ਸਾਰੇ ਖਣਿਜ ਨੇ, ਔਰ ਇਹ ਸਾਰੀ ਕੰਸਟਰਕਸ਼ਨ ਰੇਤ ਤੇ ਹੋਣੀ ਹੈ। ਵਧੀਆ ਰੇਤ ਲੋਕਾਂ ਨੂੰ ਮਿਲੇ, ਕੰਸਟਰਕਸ਼ਨ ਵੀ ਸੋਹਣੀ ਹੋਵੇ, ਲੋਕ ਵੀ ਖੁਸ਼, ਸਰਕਾਰ ਦੇ ਖਜ਼ਾਨੇ ਵਿੱਚ ਵੀ ਪੈਸੇ ਜਾਣ, ਜੋ ਨਿੱਜੀ ਜੇਬਾਂ ਵਿੱਚ ਜਾਂਦੇ ਸਨ ਉਹ ਜਾਣੇ ਬੰਦ ਹੋਣ। ਸਰਕਾਰ ਨੂੰ ਛੇਤੀ ਕੰਮ ਕਰਨਾ ਪੈਣਾ। ਬਿਲਕੁਲ ਜੀ, ਸਹੀ ਨੀਤੀਆਂ ਦੀ ਲੋੜ ਹੈ ਸਹੀ ਕੰਮਾਂ ਵਾਸਤੇ। ਕੁਲਦੀਪ ਜੀ, ਅਸੀਂ ਆਮ ਤੌਰ ਤੇ ਦੇਖਿਆ ਕਿ ਕੋਈ ਮੰਤਰੀ ਦੇ ਖਿਲਾਫ ਬੋਲਣ ਦੀ ਜ਼ਰੂਰਤ ਨਹੀਂ ਕਰਦਾ, ਕਹਿੰਦੇ ਕਾਹਨੂੰ ਪੰਗਾ ਲੈਣਾ। ਪਰ ਜਿਹੜਾ ਪੰਜਾਬ ਦਾ ਮਾਲ ਮੰਤਰੀ ਹੈ ਬ੍ਰਹਮ ਸ਼ੰਕਰ ਜਿੰਪਾ, ਉਹਨਾਂ ਦੇ ਖਿਲਾਫ ਮਾਲ ਮਹਿਕਮੇ ਦੇ ਅਫਸਰਾਂ ਨੇ ਸ਼ਿਕਾਇਤ ਕਰਤੀ। ਕੀ ਦਿੱਕਤ ਹੈ ਜੀ ਅਫਸਰਾਂ ਨੂੰ? ਅਸਲ ਵਿੱਚ ਗੱਲ ਇਹ ਹੋਈ ਹੈ ਕਿ ਮੋਗਾ ਦੇ ਵਿੱਚ ਤਹਿਸੀਲਦਾਰ ਕਮ ਚੀਫ ਜੁਡੀਸ਼ੀਅਲ ਮੈਜਿਸਟਰੇਟ ਜਾਂ ਜਿਹੜੇ ਵੀ ਉੱਥੇ ਮੈਜਿਸਟਰੇਟ ਦੇ ਪਾਵਰ ਵਾਲੇ ਅਫਸਰ ਹਨ, ਉਹਨਾਂ ਦੇ ਦਫ਼ਤਰ ਵਿੱਚ ਕੁਝ ਮੀਡੀਆ ਕਰਮਚਾਰੀਆਂ ਨੂੰ ਲੈ ਕੇ ਬ੍ਰਹਮ ਸ਼ੰਕਰ ਜਿੰਪਾ ਦਾਖਲ ਹੋ ਗਏ ਤੇ ਇੱਕ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਉਹਨਾਂ ਕੋਲੋਂ ਸਵਾਲ ਜਵਾਬ ਪੁੱਛਣੇ ਸ਼ੁਰੂ ਕਰ ਦਿੱਤੇ। ਹੁਣ ਦੇਖੋ, ਇਹ ਇੱਕ ਚਿੱਠੀ ਲਿਖੀ ਹੈ। ਉਹ ਚਿੱਠੀ ਵੀ ਮੈਨੂੰ ਲੱਗਦਾ ਕਿ ਸਰਕਾਰੀ ਟਾਈਪਰਾਈਟਰ ਤੇ ਹੀ, ਕੰਪਿਊਟਰ ਤੇ ਟਾਈਪ ਕੀਤੀ ਗਈ ਹੈ, ਕਿਉਂਕਿ ਬੜੀ ਸ਼ੁੱਧ ਸਰਕਾਰੀ ਲੈਂਗੁਏਜ ਦੇ ਵਿੱਚ, ਦਫ਼ਤਰੀ ਭਾਸ਼ਾ ਦੇ ਵਿੱਚ ਲਿਖ ਕੇ ਤੇ ਇਸ ਚੀਜ਼ ਨੂੰ ਕੰਡੈਮ ਕੀਤਾ ਗਿਆ ਕਿ ਇਹ ਸ਼ਿਕਾਇਤਕਰਤਾ ਦੀ ਸ਼ਿਕਾਇਤ ਪਹਿਲੇ ਦਰਜ ਹੋਈ ਹੈ ਤੇ ADC ਦੇ ਕੋਲ ਇਹ ਮਾਮਲਾ ਜਿਹੜਾ ਹੈ ਇਨਕੁਆਇਰੀ ਵਾਸਤੇ ਪਿਆ ਹੋਇਆ ਹੈ ਤੇ ਬ੍ਰਹਮ ਸ਼ੰਕਰ ਜਿੰਪਾ ਜੀ ਉਸ ਦੇ ਉੱਤੋਂ ਦੀ ਦੋਹਰ ਪਾਉਣ ਵਾਸਤੇ ਜਾਂ ਆਪਣੇ ਨੰਬਰ ਬਣਾਉਣ ਵਾਸਤੇ ਜਾਂ ਲੋਕਾਂ ਨੂੰ ਇਹ ਦੱਸਣ ਵਾਸਤੇ ਕਿ ਅਸੀਂ ਅਫਸਰ ਸ਼ਾਹੀ ਦੇ ਖਿਲਾਫ ਕਾਰਵਾਈ ਕਰ ਰਹੇ ਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਰਹੇ ਹਾਂ, ਉੱਥੇ ਪਹੁੰਚ ਗਏ ਤੇ ਮੀਡੀਆ ਨਾਲ ਲੈ ਕੇ ਉਕਤ ਅਫਸਰ ਦੇ ਸਾਹਮਣੇ ਸਵਾਲ ਜਵਾਬ ਕਰਨੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਵੱਲੋਂ ਇਹ ਲਫ਼ਜ਼ ਵਰਤਿਆ ਗਿਆ, ਫਰੇਜ਼ ਹੈ ਕਾਨੂੰਨ ਦੇ ਹਿਸਾਬ ਨਾਲ, no one can be condemned unheard, ਭਾਵ ਕਿ ਅਨਹਰਡ ਦੂਸਰਾ ਪੱਖ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਇਸ ਤਰ੍ਹਾਂ ਨਹੀਂ। ਹੁਣ ਉਹਨਾਂ ਨੇ ਕਿਹਾ ਕਿ ਇਨਕੁਆਇਰੀ ਜੇ ਚੱਲ ਹੀ ਰਹੀ ਹੈ, ਇਨਕੁਆਇਰੀ ਦੀ ਰਿਪੋਰਟ ਤਾਂ ਆਉਣ ਦਿਓ, ਫਿਰ ਤੁਸੀਂ ਕਰ ਲਿਓ। ਮੈਂ ਸਮਝਦਾ ਬ੍ਰਹਮ ਸ਼ੰਕਰ ਜਿੰਪਾ ਜੀ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਕੰਮ ਇਸ ਤਰ੍ਹਾਂ ਕੱਲੀ ਦੁਕੱਲੀ ਸ਼ਿਕਾਇਤ ਕਰਨ ਵਾਲਾ ਨਹੀਂ ਹੈ, ਸਿਸਟਮ ਵਿਗੜਿਆ ਪਿਆ। ਤਹਿਸੀਲਾਂ ਦੇ ਜੋ ਹਾਲ ਨੇ, ਚੰਦ ਇੱਕ ਤਹਿਸੀਲਾਂ ਨੂੰ ਛੱਡ ਕੇ ਮੈਂ ਸ਼ਰਤ ਦਾਅਵੇ ਨਾਲ ਕਹਿ ਸਕਦਾ ਵਿਦੇਸ਼ਾਂ ਵਿੱਚ ਬੈਠੇ ਹੋਏ ਸਾਡੇ ਵਿਅਕਤੀ, ਤੁਸੀਂ ਤਹਿਸੀਲ ਵਿੱਚ ਜਾਓ, ਤੁਹਾਨੂੰ ਬਾਥਰੂਮ ਤੱਕ ਸਾਫ਼ ਨਹੀਂ ਮਿਲਦੇ, ਬੁਰੇ ਹਾਲ ਨੇ। ਜਨਰੇਟਰ ਨਹੀਂ ਹੁੰਦਾ, ਕਦੇ ਜਨਰੇਟਰ ਦੀ ਵਿੱਚ ਤੇਲ ਨਹੀਂ ਹੁੰਦਾ, ਅੱਧੀ ਰਾਤ ਤੱਕ ਕਈ ਵਾਰੀ ਰਜਿਸਟਰੀਆਂ ਹੁੰਦੀਆਂ ਰਹਿੰਦੀਆਂ ਨੇ, ਲੋਕ ਖੱਜਲ ਖੁਆਰ ਹੁੰਦੇ ਨੇ, ਕਦੀ ਸਟਾਮ ਨਹੀਂ ਹੁੰਦੀ, ਕਦੀ ਕੰਪਿਊਟਰ ਅਪਡੇਟ ਨਹੀਂ ਹੁੰਦਾ, ਕਦੀ ਕੁਛ ਨਹੀਂ ਹੁੰਦਾ, ਕਦੇ ਕੁਛ ਨਹੀਂ ਹੁੰਦਾ। ਫੋਟੋਗ੍ਰਾਫਸ ਜਿਹੜੀਆਂ ਹਨ ਉਹ ਠੇਕੇਦਾਰ ਬਿਠਾਏ ਹੋਏ ਨੇ, ਜਿਹੜੀ ਫੋਟੋ 10 ਰੁਪਏ ਦੇ ਵਿੱਚ ਜਿਹੜੀ ਹੈ ਪਾਸਪੋਰਟ ਸਾਈਜ਼ ਦੀ ਬਣ ਜਾਂਦੀ ਹੈ, ਉੱਥੇ 200 ਰੁਪਈਆ ਉਹਨਾਂ ਕੋਲੋਂ ਲਿਆ ਜਾਂਦਾ ਹੈ। ਸਰਕਾਰੀ ਠੇਕੇ ਚਾੜੇ ਹੋਏ ਨੇ, ਬੈਠਣ ਲਈ ਪ੍ਰਬੰਧ ਨਹੀਂ ਹੈ, ਪਾਰਕਿੰਗ ਦੇ ਪ੍ਰੋਪਰ ਪ੍ਰਬੰਧ ਨਹੀਂ ਹੈ, ਮਣਾਮੁਹੀ ਫੀਸ, ਸਟਾਂਪ ਫੀਸ ਜਿਹੜੀ ਆ ਉਗਰਾਈ ਜਾਂਦੀ ਹੈ। ਸਰਕਾਰ ਜੀ ਪਹਿਲਾਂ ਇਹਨਾਂ ਗੱਲਾਂ ਵੱਲ ਧਿਆਨ ਦਿਓ, ਫਿਰ ਅਫਸਰਾਂ ਨੂੰ ਤੁਸੀਂ ਪੁੱਛਣ ਜੋਗੇ ਹੋਵੋਗੇ ਕਿ ਤੁਹਾਨੂੰ ਆਹ ਕੰਮ ਕਿਹਾ ਸੀ ਤੇ ਤੁਸੀਂ ਕੀਤਾ ਕਿਉਂ ਨਾ, ਇਸ ਵਿਅਕਤੀ ਦੀ ਸ਼ਿਕਾਇਤ ਤੇ ਤੁਸੀਂ ਕੀ ਕੀਤਾ। ਹੁਣ ਤਹਿਸੀਲਦਾਰ ਤੇ ਉਹਨਾਂ ਦੇ ਸਾਥੀ ਅਫਸਰਾਂ ਵੱਲੋਂ
ਇਹ ਲਿਖਤੀ ਸ਼ਿਕਾਇਤ ਜਿਹੜੀ ਹੈ ਡੀਸੀ ਤੱਕ ਪਹੁੰਚਾਈ ਗਈ ਹੈ। ਉਹਨੂੰ ਕਿਹਾ ਕਿ ਏਡੀਸੀ ਦੇ ਕੋਲ ਤੇ ਇਨਕੁਆਇਰੀ ਪਈ ਹੋਈ ਹੈ ਤੇ ਤੁਸੀਂ ਇਸ ਤਰ੍ਹਾਂ ਮੇਰੇ ਤੇ ਪ੍ਰੈਸ਼ਰ ਪਾਉਂਦੇ ਹੋ ਤੇ ਤਾਂ ਸਾਫ਼ ਜ਼ਾਹਿਰ ਹੈ ਕਿ ਏਡੀਸੀ ਤੇ ਦਬਾਅ ਪਾ ਕੇ ਤੁਸੀਂ ਇਨਕੁਆਇਰੀ ਜਿਹੜੀ ਹੈ ਉਸਨੂੰ ਇੱਕ ਪਾਸੜ ਕਰਵਾਉਣ ਦਾ ਯਤਨ ਕਰੋਗੇ। ਪਹਿਲਾਂ ਉਹਦਾ ਰਿਜ਼ਲਟ ਆ ਲੈਣ ਦਿਓ, ਫਿਰ ਤੁਸੀਂ ਜਿਹੜੀ ਬਣਦੀ ਕਾਰਵਾਈ ਹੋਵੇ ਕਰ ਲੈਣਾ। ਜੀ ਹੁਣ ਸਿਸਟਮ ਵਿੱਚ ਨੁਕਸ ਹੈ, ਕੋਈ ਸ਼ੱਕ ਨਹੀਂ, ਪਰ ਬ੍ਰਹਮ ਸ਼ੰਕਰ ਜਿੰਪਾ ਜੀ ਦੇ ਕੰਮ ਕਰਨ ਦੇ ਤਰੀਕੇ ਵਿੱਚ ਵੀ ਥੋੜ੍ਹਾ ਜਿਹਾ ਨੁਕਸ ਮੈਨੂੰ ਲੱਭਿਆ ਹੈ। ਹਾਂ, ਇਹ ਗੱਲ ਪੱਕੀ ਹੈ ਕਿ ਮਾਲ ਮਹਿਕਮੇ ਦੇ ਦਫ਼ਤਰਾਂ ਦੇ ਵਿੱਚ ਬਹੁਤ ਸਾਰੀਆਂ ਬੇਨਿਯਮੀਆਂ ਅਸੀਂ ਰੋਜ਼ਾਨਾ ਦੇਖ ਸਕਦੇ ਹਾਂ। ਸਾਨੂੰ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ, ਪਰ ਇਸ ਤਰ੍ਹਾਂ ਨਹੀਂ ਕਿਸੇ ਨੂੰ ਨੋ ਵਨ ਸ਼ੁੱਡ ਬੀ ਕੰਡੈਮਡ ਅਨਹਰਡ, ਭਾਵ ਹਰ ਇੱਕ ਨੂੰ ਆਪਣਾ ਹੱਕ ਰੱਖਣ ਦਾ ਮੌਕਾ ਦਿਓ। ਫਿਰ ਜਦੋਂ ਕੋਈ ਕਾਰਵਾਈ ਨਾ ਹੋਵੇ ਫਿਰ ਤੁਸੀਂ ਗੱਲ ਕਰੋ। ਜੀ, ਕੁਝ ਹੋਰ ਮੁੱਦਿਆਂ ਤੇ ਵੀ ਚਰਚਾ ਕਰਾਂਗੇ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਬੜੇ ਦਿਨਾਂ ਤੋਂ ਇੱਕ ਮਾਮਲਾ ਲਟਕਿਆ ਪਿਆ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ। ਐਸਜੀਪੀਸੀ ਕਹਿੰਦਾ ਸੀ ਅਸੀਂ ਆਪਣਾ ਚੈਨਲ ਖੋਲਾਂਗੇ, ਪਹਿਲਾਂ ਸੋਸ਼ਲ ਮੀਡੀਆ ਤੇ ਦਿਖਾਵਾਂਗੇ, ਫਿਰ ਅਸੀਂ ਟੀਵੀ ਚੈਨਲ ਖੋਲਾਂਗੇ ਤੇ 200 ਕਰੋੜ ਦੀ ਗੱਲਬਾਤ ਵੀ ਕਰਦੇ ਸੀ। ਕਈ ਦਿਨਾਂ ਤੋਂ ਕੋਈ ਖਬਰ ਨਹੀਂ ਆਈ ਤੇ ਮਾਮਲਾ ਕਿੱਥੇ ਤੱਕ ਪਹੁੰਚਿਆ? ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਪ੍ਰਸਾਰਣ ਜਦੋਂ ਤੋਂ ਡਿਜੀਟਲ ਯੁੱਗ ਦਾ ਪਸਾਰਾ ਫੈਲਿਆ, ਇਹ ਪੂਰੀ ਦੁਨੀਆ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਤੋਂ ਲਾਈਵ ਕੀਰਤਨ, ਉਹਦੇ ਵਿਜ਼ੂਅਲਸ ਪਹਿਲਾਂ ਤੇ ਅਲਾਉਡ ਨਹੀਂ ਸੀ ਕਾਫੀ ਸਮਾਂ ਕਿ ਕੋਈ ਕੈਮਰਾ ਵਗੈਰਾ ਜਾਂ ਕੋਈ ਕਿਸੇ ਪਾਸੇ ਕੋਈ ਵਿਖਾ ਸਕੇ। ਖੈਰ, ਸਿਕਿਉਰਿਟੀ ਦੇ ਕਈ ਮੁੱਦੇ ਹੁੰਦੇ ਨੇ, ਹੋਰ ਵੀ ਪ੍ਰਾਈਵੇਸੀ ਵੀ ਸਾਰੀ ਚੀਜ਼ਾਂ ਹੁੰਦੀਆਂ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ 1984 ਤੋਂ ਪਹਿਲਾਂ ਸਿੱਖਾਂ ਦੀ ਇਹ ਚਰੋਕਣੀ ਮੰਗ ਸੀ ਸਿੱਖ ਭਾਈਚਾਰੇ ਦੀ ਕਿ ਆਲ ਇੰਡੀਆ ਰੇਡੀਓ ਤੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੀਰਤਨ ਦਾ ਸਿੱਧਾ ਪ੍ਰਸਾਰਣ ਜਿਹੜਾ ਹੈ ਕੀਤਾ ਜਾਵੇ। ਅਤੇ ਜਦੋਂ ਜੂਨ 1984 ਆਉਂਦਾ ਹੈ ਤੇ ਥੋੜ੍ਹੇ ਦਿਨਾਂ ਦੇ ਵਿੱਚ ਹੀ ਬਦਲ ਕੇ ਉਹ ਕਾਰਵਾਈ ਜਿਹੜੀ ਹੈ ਦਰਬਾਰ ਸਾਹਿਬ 'ਤੇ ਹਮਲੇ ਦੀ, ਉਹ ਅਜੇ ਵਿੱਚੇ ਹੀ ਹੈ ਅਤੇ ਪ੍ਰਸਾਰਣ ਜਿਹੜਾ ਹੈ ਉਹ ਭਾਰਤ ਸਰਕਾਰ ਸ਼ੁਰੂ ਕਰ ਦਿੰਦੀ ਹੈ ਸਰਕਾਰ ਦੇ ਹੁਕਮਾਂ 'ਤੇ। ਕੋਈ ਪਰਮਿਸ਼ਨ ਨਹੀਂ, ਕੋਈ ਕੁਝ ਨਹੀਂ, ਬਸ ਮਿੰਟੋ ਮਿੰਟੀ ਤਿਆਰ ਕਰਕੇ ਸਾਰਾ ਕੁਝ ਹੋ ਜਾਂਦਾ। ਜੇ ਸਰਕਾਰ ਚਾਹਵੇ ਤਾਂ ਮਿੰਟਾਂ ਸਕਿੰਟਾਂ ਵਿੱਚ ਸਭ ਕੁਝ ਹੋ ਜਾਂਦਾ। ਇੱਥੋਂ ਇਹ ਗੱਲ ਮੈਂ ਕਰਨੀ ਚਾਹੁੰਦਾ। ਹੁਣ ਗੱਲ ਇਹ ਹੈ ਕਿ ਮੁੱਦਾ ਉੱਠਿਆ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਸਾਰਣ ਡਿਜੀਟਲ ਮੀਡੀਆ ਪਲੇਟਫਾਰਮ 'ਤੇ ਵੀ ਹੋਵੇ, ਸੋਸ਼ਲ ਮੀਡੀਆ 'ਤੇ ਵੀ ਹੋਵੇ ਅਤੇ ਟੀਵੀ ਚੈਨਲ 'ਤੇ ਵੀ ਹੋਵੇ, ਸੈਟੇਲਾਈਟ 'ਤੇ। ਹੁਣ ਸੈਟੇਲਾਈਟ ਵਾਸਤੇ ਪ੍ਰਸਾਰਣ ਕਰਨ ਲਈ ਇੱਕ ਪ੍ਰੋਸੀਜਰ ਹੈ, ਉਹ ਤਕਨੀਕੀ ਪ੍ਰੋਸੀਜਰ ਵੀ ਹੈ ਅਤੇ ਭਾਰਤ ਸਰਕਾਰ ਦੀ ਮਨਜ਼ੂਰੀ ਵੀ ਹੈ। ਬੈਂਡਵਿਡਥ ਵੀ ਦੇਖਣੀ ਹੈ, ਸਪੇਸ ਵੀ ਦੇਖਣੀ ਹੈ, ਕਿੱਥੇ ਕਿਹਨੂੰ ਰਾਈਟਸ ਦਿੱਤੇ ਜਾਣੇ ਨੇ, ਉਹ ਸਾਰਾ ਕੁਝ ਦੇਖਣਾ ਪਏਗਾ। ਕਿਹੜੀ ਡਿਸ਼ 'ਤੇ ਜਗ੍ਹਾ ਮਿਲੇਗੀ, ਕਿਹੜੀ ਕੇਬਲ 'ਚ ਜਗ੍ਹਾ ਮਿਲੇਗੀ, ਸਭ ਕੁਝ ਪਏਗਾ। ਹਾਲ ਦੀ ਘੜੀ ਇੱਕ ਚੈਨਲ ਜੋ ਚਰਚਾ ਵਿੱਚ ਹੈ ਉਹ ਹੈ PTC। ਅਸੀਂ ਉਹਨਾਂ ਦਾ ਬਹੁਤਾ ਜ਼ਿਕਰ ਨਹੀਂ ਕਰਦੇ, ਪਰ ਇੱਕ ਕੇਂਦਰੀ ਸਿੰਘ ਸਭਾ ਸੰਸਥਾ ਹੈ ਜਿਨ੍ਹਾਂ ਨੇ ਫਿਰ ਇਸ ਮੁੱਦੇ ਨੂੰ ਉਭਾਰਿਆ ਕਿ ਅਪ੍ਰੈਲ ਦੇ ਸ਼ੁਰੂ ਦੇ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਅਤੇ ਸਰਦਾਰ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ, ਇਹਨਾਂ ਨੇ ਵਾਅਦਾ ਕੀਤਾ ਸੀ। ਖੈਰ, ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਇਹਨੂੰ ਸ਼ੁਰੂ ਕੀਤਾ ਜਾਵੇ, ਆਪਣਾ ਚੈਨਲ ਸ਼ੁਰੂ ਕਰਨਾ ਚਾਹੀਦਾ। ਅਤੇ ਉਸ ਤੋਂ ਬਾਅਦ ਫਿਰ ਜਦੋਂ PTC ਦਾ ਇੱਕ ਹੋਰ ਵੱਖਰਾ ਕੇਸ ਜਾਂ ਛਿੜ ਪਿਆ, ਆਪਾਂ ਉਹਦੀ ਗੱਲ ਅੱਜ ਨਹੀਂ ਕਰਦੇ, ਅਤੇ ਉਸ ਕੇਸ ਦੇ ਛਿੜਨ ਤੋਂ ਬਾਅਦ ਇਹ ਰੌਲਾ ਪੈ ਗਿਆ ਕਿ ਕਿਉਂ ਨਾ ਆਪਣਾ ਚੈਨਲ ਸ਼ੁਰੂ ਕਰਕੇ ਸਾਰੇ ਰਾਈਟਸ ਉਸ ਦੇ ਕੋਲ ਰੱਖੇ ਜਾਣ ਅਤੇ ਤਾਂ ਕਿ ਦੁਨੀਆ ਭਰ ਦੇ ਵਿੱਚ ਕੋਈ ਵੀ ਨਾਨਕ ਨਾਮ ਲੇਵਾ ਸੰਗਤ ਜਾਂ ਹੋਰ ਕੋਈ ਵੀ ਗੁਰਬਾਣੀ ਕੀਰਤਨ ਜਿਹੜਾ ਸੁਣ ਸਕੇ। 24 ਘੰਟੇ ਸੁਣੇ, ਜਦੋਂ ਤੱਕ ਚੱਲਦਾ, ਸਵੇਰੇ ਸ਼ਾਮ ਹੀ ਕਿਉਂ। ਹੁਣ ਇੱਕ ਚੈਨਲ ਨੂੰ ਇਜਾਰੇਦਾਰੀ ਦੇ ਦੇਣੀ ਅਤੇ ਉਹਨਾਂ ਦੁਆਰਾ ਉੱਥੋਂ ਪ੍ਰਸਾਰਿਤ ਕੀਤੇ ਗਏ ਹੁਕਮਨਾਮੇ ਨੂੰ ਜੇ ਕੋਈ ਸੋਸ਼ਲ ਮੀਡੀਆ 'ਤੇ ਜਾਂ ਕਿਸੇ ਤਰੀਕੇ ਦੁਆਰਾ ਪੋਸਟ ਕਰਦਾ ਤਾਂ ਉਸ 'ਤੇ ਫਿਰ ਕਾਪੀਰਾਈਟ ਸਟ੍ਰਾਈਕ ਆ ਜਾਣਾ। ਇਸ ਗੱਲ ਨੂੰ ਐਕਸਪਲੇਨ ਮਾੜਾ ਮੋਟਾ ਤੇ ਪਿਛਲੇ ਸਾਲਾਂ ਵਿੱਚ ਕੀਤਾ ਗਿਆ, ਪਰ ਬਹੁਤਾ ਇਸ ਗੱਲ ਦਾ ਜਵਾਬ ਸ਼੍ਰੋਮਣੀ ਕਮੇਟੀ ਜਾਂ ਕੋਈ ਦੇ ਨਾ ਸਕਿਆ। ਹੁਣ ਗੱਲ ਇਹ ਆਈ ਕਿ ਚਲਾਉਣਾ ਹੈ ਕਿ ਨਹੀਂ ਚਲਾਉਣਾ ਹੈ, ਕਦੋਂ ਚਲਾਉਣਾ ਹੈ ਅਤੇ ਕੀ ਤਕਨੀਕੀ ਖਾਮੀਆਂ ਨੇ। ਇਹ ਕੇਂਦਰੀ ਸਿੰਘ ਸਭਾ ਨੇ ਇਹ ਇਲਜ਼ਾਮ ਲਾਇਆ ਕਿ ਇੱਕ ਚੈਨਲ ਨੂੰ ਬਚਾਉਣ ਖਾਤਰ ਅਤੇ ਗੱਲ ਨੂੰ ਮਿੱਟੀ 'ਚ ਦਬਾਉਣ ਖਾਤਰ ਕੁਝ ਬਹਾਨੇਬਾਜ਼ੀਆਂ ਘੜੀਆਂ ਜਾ ਰਹੀਆਂ ਨੇ। ਕਦੀ ਕਹਿ ਦਿੱਤਾ ਜਾਂਦਾ ਕਿ 200 ਕਰੋੜ ਲੱਗਣਾ ਹੈ, ਕਦੀ ਕਹਿ ਦਿੱਤਾ ਜਾਂਦਾ ਕਿ ਸਰਕਾਰ ਤੋਂ ਮਨਜ਼ੂਰੀ ਆ, ਸਾਨੂੰ ਛੇਤੀ ਮਨਜ਼ੂਰੀ ਲੈ ਕੇ ਦਿਓ। ਅਤੇ ਗੁਰਜੀਤ ਸਿੰਘ ਔਜਲਾ ਜਿਹੜੇ ਉੱਥੇ ਦੇ MP ਨੇ, ਉਹ ਕਹਿੰਦੇ ਨੇ ਕਿ ਦੱਸੋ ਤੁਸੀਂ ਕਿਹੜੀ ਚਿੱਠੀ ਲਿਖੀ ਹੋਈ ਹੈ ਕੇਂਦਰ ਸਰਕਾਰ ਨੂੰ, ਮੈਂ ਵੀ ਉਹਦੀ MP ਹੋਣ ਦੇ ਨਾਤੇ ਸਪੋਰਟ ਕਰ ਦਿੰਦਾ ਅਤੇ ਸਾਡੇ ਜੇ ਆਪਣਾ ਚੈਨਲ ਚਲਾਉਣ ਨੂੰ ਮਨਜ਼ੂਰੀ ਮਿਲਦੀ ਤਾਂ ਕਿਉਂ ਨਹੀਂ। ਸਾਰਿਆਂ ਨੂੰ ਪਤਾ ਹੈ ਕਿ ਅਸਲ ਕਹਾਣੀ ਪਿੱਛੇ ਕੀ ਹੈ।
ਜਿਹੜਾ ਵਾਅਦਾ ਕੀਤਾ ਹੋਇਆ ਸੀ ਕਿ ਕੁਝ ਦਿਨਾਂ ਦੇ ਅੰਦਰ ਅੰਦਰ ਸੋਸ਼ਲ ਮੀਡੀਆ ਤੇ ਅਸੀਂ ਉਹ ਚੈਨਲ ਚਲਾ ਦੇਣਾ ਹੈ, ਉਹ ਵੀ ਅੱਜ ਚੱਲਿਆ ਨਹੀਂ ਹੈ। ਇੱਕ ਗੱਲ ਹੋਰ ਕਿ ਸਟੈਂਡਰਡ ਡੈਫੀਨੇਸ਼ਨ ਕਦੋਂ ਦੇ ਚੰਗੇ ਜਿਹੜਾ ਸਿਸਟਮ ਹੈ ਉਹਨੂੰ ਛੱਡ ਚੁੱਕੇ ਨੇ ਹਾਈ ਡੈਫੀਨੇਸ਼ਨ ਦੇ ਵਿੱਚ, ਬਲਕਿ ਇਸ ਤੋਂ ਉੱਤੇ ਵੀ ਜਿਹੜਾ ਪ੍ਰਸਾਰਣ ਦੀ ਕੁਆਲਿਟੀ ਹੋ ਚੁੱਕੀ ਹੈ। ਸ਼੍ਰੋਮਣੀ ਕਮੇਟੀ ਇੰਨਾ ਵੱਡਾ ਅਦਾਰਾ ਹੈ, ਦੁਨੀਆ ਭਰ ਦੇ ਵਿੱਚ ਸਿੱਖ ਨੇ, ਉਹ ਵੀ ਹਰ ਹਿੱਲੇ ਇਸ ਦੀ ਮਦਦ ਕਰਨ ਵਾਸਤੇ ਤਿਆਰ ਹੋਣ। ਪਤਾ ਨਹੀਂ ਕਿੰਨੇ ਜਿਹੜੇ ਐਕਸਪਰਟਸ ਨੇ ਸਿੱਖ ਕੌਮ ਦੇ ਵਿੱਚ ਹੋਣਗੇ ਜਾਂ ਹੋਰਨਾਂ ਕੌਮਾਂ 'ਚ ਵੀ ਜਿਹੜੇ ਮਦਦ ਕਰਨ ਵਾਸਤੇ ਤਿਆਰ ਹੋਣਗੇ, ਪਰ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਤੇ ਕੀ ਪੇਸ਼ਕਦਮੀ ਕੀਤੀ ਹੈ ਇਹਦੀ ਕੋਈ ਡਿਟੇਲ ਨਹੀਂ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਗੱਲ ਨੂੰ ਅਜੇ ਤੱਕ ਤੋਰਨ ਦੇ ਮੂਡ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹੈ, ਜਾਂ ਅਕਾਲੀ ਦਲ ਵੱਲੋਂ ਕੋਈ ਇਸ ਤਰ੍ਹਾਂ ਦੀਆਂ ਹਦਾਇਤਾਂ ਨੇ ਕਿ ਅਜੇ ਚੁੱਪ ਰਹੋ, ਪੀਟੀਸੀ ਵਾਲਾ ਇੱਕ ਮੁੱਦਾ ਜਿਹੜਾ ਉਸ ਨੂੰ ਜਿਹੜਾ ਖਤਮ ਹੋ ਲੈਣ ਦਿਓ ਤੇ ਫਿਰ ਗੱਲ ਕਰਾਂਗੇ। ਇਹ ਗੱਲਾਂ ਮੈਂ ਸਮਝਦਾ ਕਿ ਸਿੱਖ ਕੌਮ ਦੇ ਵਿੱਚ ਇੱਕ ਤਾਂ ਮਿਸ ਇਨਫੋਰਮੇਸ਼ਨ ਨੂੰ ਜਨਮ ਦਿੰਦੀਆਂ, ਇਹ ਅਫਵਾਹਾਂ ਨੂੰ ਜਨਮ ਦਿੰਦੀਆਂ ਤੇ ਟਰਾਂਸਪੇਰੈਂਸੀ ਨੂੰ ਖਤਮ ਕਰਦੀਆਂ। ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਇਹ ਜੇ ਪਾਰਦਰਸ਼ਤਾ ਹੋਵੇਗੀ ਉਹਨੇ ਵਿਸ਼ਵਾਸ ਸ਼੍ਰੋਮਣੀ ਕਮੇਟੀ ਦੇ ਵਿੱਚ ਤੇ ਹੋਰ ਸਿੱਖ ਅਦਾਰਿਆਂ ਦੇ ਵਿੱਚ ਵਧੇਗਾ। ਇੰਨਾ ਵੱਡਾ ਸਿਸਟਮ ਹੈ ਤੇ ਇਹ ਸੋਸ਼ਲ ਮੀਡੀਆ ਤੇ ਮੇਰਾ ਖਿਆਲ ਇਸ ਨੂੰ ਚਲਾਉਣ ਦੇ ਵਿੱਚ ਮਦਦ ਨਹੀਂ ਹੋਣੀ ਚਾਹੀਦੀ। ਜਿੰਨੀ ਕੁ ਤਕਨੀਕੀ ਜਾਣਕਾਰੀ ਮੈਨੂੰ ਹੈ, ਇਹ ਇੰਨੇ ਵੱਡੇ ਹਫ਼ਤਿਆਂ ਦਾ ਕੰਮ ਨਹੀਂ ਹੈ, 1-2 ਦਿਨਾਂ ਦਾ ਕੰਮ ਹੈ। ਇਹ ਜਲਦੀ ਹੋ ਜਾਣਾ ਚਾਹੀਦਾ ਹੈ, ਇਸ ਨੂੰ ਹੁਣ ਤੱਕ ਹੋ ਜਾਣਾ ਚਾਹੀਦਾ ਸੀ ਜੀ। ਕੁਲਦੀਪ ਜੀ, ਪ੍ਰੋਗਰਾਮ ਬਿਲਕੁਲ ਆਪਣੇ ਅਖੀਰਲੇ ਪੜਾਅ 'ਚ ਆ, ਪਰ ਜਾਂਦੇ ਜਾਂਦੇ ਗੱਲ ਕੋਵਿਡ ਦੀ ਜ਼ਰੂਰ ਕਰਨਾ ਚਾਹੁੰਦੇ। ਇੱਕ ਵਾਰ ਫਿਰ ਰੌਲਾ ਪੈ ਗਿਆ ਜੀ, ਕਰੋਨਾ ਆ ਗਿਆ। ਦਿੱਲੀ ਵਾਲੇ ਕਹਿੰਦੇ ਜਿਹਨੇ ਮਾਸਕ ਨਾ ਲਾਇਆ 500 ਰੁਪਈਆ ਜੁਰਮਾਨਾ ਠੋਕ ਕੇ ਲਵਾਂਗੇ। ਪੰਜਾਬ ਸਰਕਾਰ ਵੀ ਕਹਿੰਦੀ ਜਿੱਥੇ ਭੀੜ ਹੈ ਤੇ ਉੱਥੇ ਮਾਸਕ ਲਾ ਲਓ। ਕੀ ਸੱਚੀ ਕਰੋਨਾ ਵਾਪਸ ਆ ਗਿਆ ਜਾਂ ਕਹਾਣੀ ਕੋਈ ਹੋਰ ਹੈ ਇਹਦੇ ਪਿੱਛੇ? ਦੇਖੋ, ਕਰੋਨਾ ਇੱਕ ਅਜਿਹਾ ਇੱਕ ਵਾਇਰਸ ਆ ਗਿਆ ਜਿਹਦੇ ਬਾਰੇ ਯਕੀਨੀ ਤੌਰ ਤੇ ਜੋ ਲੋਕ ਕਹਿੰਦੇ ਸੀ ਕਿ ਇਹ ਤੇ ਆ ਹੈ, ਤੇ ਫਿਰ ਉਹਨਾਂ ਨੂੰ ਬਿਆਨ ਆਪਣੇ ਬਦਲਣੇ ਪਏ। ਡਾਕਟਰ ਐਂਥਨੀ ਫਾਊਚੀ ਕੀ ਕਹਿੰਦੇ ਸੀ, ਪੰਜਾਬ ਦੇ ਕੁਝ ਐਕਸਪਰਟ, ਡਾਕਟਰ ਅਮਰ ਸਿੰਘ ਆਜ਼ਾਦ, ਹੋਰ ਬਹੁਤ ਸਾਰੇ ਲੋਕ ਜੋ ਉਸ ਨੂੰ ਸਿੰਪਲ ਇੱਕ ਨਾਰਮਲ ਫਲੂ ਦੱਸਦੇ ਸੀ, ਉਹਨਾਂ ਨੂੰ ਵੀ ਕਈ ਵਾਰੀ ਆਪਣੇ ਬਿਆਨਾਂ ਤੋਂ ਮੁੜਨਾ ਪਿਆ। ਕੁਝ ਤੇ ਮੰਨ ਗਏ ਤੇ ਕੁਝ ਅਜੇ ਤੱਕ ਵੀ ਨਹੀਂ ਮੰਨੇ। ਮੈਂ ਕੁਝ ਅੰਕੜੇ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਸਭ ਤੋਂ ਵੱਧ ਐਕਟਿਵ ਕੇਸ ਇਸ ਵੇਲੇ ਜਿਹੜੇ ਨੇ ਉਹ ਦਿੱਲੀ ਵਿੱਚ ਨੇ ਜੀ। ਉਹ ਨੇ 3000 ਦੇ ਲਗਭਗ 2970 ਤਾਜ਼ਾ ਅੰਕੜਿਆਂ ਮੁਤਾਬਕ। ਪਿਛਲੇ ਦਿਨਾਂ ਦੇ ਵਿੱਚ ਇੱਕ ਦਿਨ ਦੇ ਵਿੱਚ 329 ਕੇਸ ਅਪ ਹੋਏ ਨੇ, ਪਰ 636 ਠੀਕ ਵੀ ਹੋ ਗਏ ਨੇ। ਉਸ ਤੋਂ ਬਾਅਦ ਬਾਰੀ ਕੇਰਲਾ ਦੀ ਆਉਂਦੀ। ਕੇਰਲਾ ਬੜੀ ਬੁਰੀ ਤਰ੍ਹਾਂ ਝੰਬਿਆ ਗਿਆ। ਕੇਰਲਾ ਦੇ ਵਿੱਚ ਇਸ ਵੇਲੇ 2500 ਦੇ ਲਾਗੇ ਕੇਸ ਨੇ। ਉਹਨਾਂ ਵਿੱਚੋਂ 28 ਕੇਸ ਪਿਛਲੇ ਦਿਨਾਂ 'ਚ ਵਧੇ ਨੇ ਤੇ 256 ਠੀਕ ਵੀ ਹੋ ਗਏ ਨੇ। ਇਸੇ ਤਰ੍ਹਾਂ ਹੋਰਨਾਂ ਵੀ ਸਟੇਟਾਂ ਦੇ ਵਿੱਚ ਇੱਕ ਅੱਧੀ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿੱਚ ਠੀਕ ਹੋਣ ਵਾਲਿਆਂ ਦੀ ਗਿਣਤੀ ਵਧੇਰੇ ਹੈ। ਪੰਜਾਬ ਦੇ ਵਿੱਚ ਕੋਈ 100-125 ਦੇ ਲਗਭਗ ਕੇਸ ਨੇ। ਕੋਈ ਇੰਨੀ ਜ਼ਿਆਦਾ ਚਿੰਤਾਜਨਕ ਗੱਲ ਨਹੀਂ ਹੈ। ਪੰਜਾਬ ਸਰਕਾਰ ਨੇ ਪਬਲਿਕ ਪਲੇਸਿਸ ਤੇ ਜਨਤਕ ਥਾਵਾਂ ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਜੁਰਮਾਨੇ ਦੀ ਗੱਲ ਜਿਹੜੀ ਹੈ ਸਰਕਾਰਾਂ ਫੈਸਲੇ ਲੈਂਦੀਆਂ ਨੇ। ਕਈ ਵਾਰੀ ਜੁਰਮਾਨਾ ਤੇ ਵਾਕਿਆ ਹੀ ਲੋਕਾਂ ਨੂੰ ਇੱਕ ਆਦਤ ਪਾਉਣ ਲਈ ਤੇ ਉਹਨਾਂ ਨੂੰ ਕਾਨੂੰਨ ਵਿੱਚ ਬੰਨ੍ਹਣ ਲਈ ਲਾਇਆ ਜਾਂਦਾ, ਤੇ ਕਈ ਵਾਰੀ ਆਪਣੇ ਖਜ਼ਾਨੇ ਭਰਨ ਲਈ ਵੀ ਜੁਰਮਾਨੇ ਲਾ ਦਿੱਤੇ ਜਾਂਦੇ ਨੇ। ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ। ਜੇ ਅਸੀਂ ਗੱਲ ਕਰੀਏ ਸਵਲੀਨ, ਇੱਕ ਮੈਂ ਸਿਰਫ ਹਿੰਟ ਜਿਹਾ ਦੇਣਾ ਚਾਹੁੰਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਇਸੇ ਤਰ੍ਹਾਂ ਹੀ ਹੋਵੇਗਾ, ਪਰ ਤੁਸੀਂ ਦੇਖੋ ਪਿਛਲੇ 20-25 ਦਿਨ ਤੋਂ ਇੱਕ ਪ੍ਰਚਾਰ ਕੀਤਾ ਗਿਆ ਕਿ ਬੂਸਟਰ ਡੋਜ਼ ਕਿਸੇ ਨੇ ਲਗਵਾਉਣੀ ਤੇ ਲਗਵਾ ਲਓ। ਇੱਕ ਗੱਲ ਇੱਥੇ ਇਹ ਵੀ ਚੇਤੇ ਰੱਖਣ ਵਾਲੀ ਹੈ ਕਿ ਅੱਧੀ ਕੁ ਜਨਤਾ ਨੇ ਪਹਿਲੀ ਡੋਜ਼ ਲਗਵਾਈ ਹੈ ਜੀ। ਪਹਿਲੀ ਡੋਜ਼ ਤਕਰੀਬਨ ਬਹੁਤਿਆਂ ਨੇ ਲਗਵਾ ਲਈ, ਦੂਜੀ ਡੋਜ਼ ਲਗਵਾਉਣ ਵਾਲੇ ਥੋੜੇ ਨੇ ਤੇ ਬੂਸਟਰ ਡੋਜ਼ ਵਾਲਿਆਂ ਦੀ ਤਾਂ ਗਿਣਤੀ ਬਹੁਤ ਥੋੜੀ ਹੈ। ਹੁਣ ਦੁਨੀਆ ਭਰ ਦੇ ਵਿੱਚ ਜਦੋਂ ਕੋਵਿਡ ਦੀਆਂ ਪਾਬੰਦੀਆਂ ਖੁੱਲ ਰਹੀਆਂ ਨੇ, ਫਲਾਈਟਾਂ ਖੁੱਲ ਰਹੀਆਂ ਨੇ, ਸ਼ਾਪਿੰਗ ਮਾਲ, ਰੈਸਟੋਰੈਂਟ ਸਭ ਕੁਝ ਦੁਬਾਰਾ ਤਕਰੀਬਨ ਚੱਲ ਪਿਆ ਹੈ। ਕੋਈ ਇੰਨੀ ਡੇਂਜਰਸ ਸਿਚੁਏਸ਼ਨ ਨਹੀਂ ਹੈ। ਓਮੀਕਰੋਨ ਤੋਂ ਬਾਅਦ ਕੋਈ ਹੋਰ ਵੇਰੀਐਂਟ ਜਿਹੜੇ ਆ ਰਹੇ ਉਹਨਾਂ ਦੇ ਬਾਰੇ ਕੋਈ ਇੰਨੀ ਜਾਣਕਾਰੀ ਵੀ ਨਹੀਂ ਹੈ, ਪਰ ਰਿਸਰਚ ਦੇ ਕੰਮ ਇੰਨੇ ਹੋ ਚੁੱਕੇ ਨੇ, ਇਨਵੈਸਟਮੈਂਟ ਇੰਨੀ ਹੋ ਚੁੱਕੀ ਹੈ। ਵੱਡੀਆਂ ਕੰਪਨੀਆਂ ਨੇ ਟੀਕਿਆਂ ਦੇ ਭੰਡਾਰ ਜਮ੍ਹਾਂ ਕਰ ਲਏ ਨੇ। ਤੇ ਉਹ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਥੋੜ੍ਹੇ ਦਿਨ ਪਹਿਲਾਂ ਪ੍ਰਚਾਰ ਪ੍ਰਸਾਰ ਕੀਤਾ ਗਿਆ ਕਿ ਭਾਈ ਬੂਸਟਰ ਡੋਜ਼ ਦੀ ਕੀਮਤ ਘਟਾ ਦਿੱਤੀ ਗਈ ਹੈ, ਕਿਸੇ ਨੇ ਲਗਵਾਉਣਾ ਹੈ ਤੇ ਲਗਵਾ ਲਓ। ਹੁਣ ਇਸ ਜਗ੍ਹਾ ਤੇ ਹੁਣ ਸੌਖੇ ਮਿਲ ਜਾਣਗੇ, ਤੁਸੀਂ ਲਗਵਾਓ, ਛੇਤੀ ਲਗਵਾਓ। ਫਲਾਨੀ ਕੰਪਨੀ ਦਾ ਵੀ ਠੀਕ ਹੈ, ਉਹ ਵੀ ਠੀਕ ਹੈ, ਬੱਚਿਆਂ ਵਾਸਤੇ ਵੀ ਆ ਗਿਆ, ਬਜ਼ੁਰਗਾਂ ਵਾਸਤੇ ਵੀ। ਸਾਰੇ ਜਿਹੜੇ ਸੀ ਟੀਕੇ ਲਾਉਣ ਦੀ ਕਵਾਇਦ ਜਿਹੜੀ ਆ ਉਹ ਚੱਲ ਪਈ ਹੈ। ਤੇ ਬੂਸਟਰ ਡੋਜ਼ ਲੋਕਾਂ ਨੂੰ ਚੇਤੇ ਕਰਵਾਉਣ ਲਈ ਜਿਹੜਾ ਸੀ ਉਸ ਨੂੰ ਇਸ਼ਤਿਹਾਰਬਾਜ਼ੀ ਵੀ ਕੀਤੀ ਗਈ ਤੇ ਖਬਰਾਂ ਵਿੱਚ ਉਸ ਨੂੰ ਦੁਬਾਰਾ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ ਜੀ। ਕੀ ਕਿਤੇ ਇਹ ਲਹਿਰ ਨਾਲ ਫੇਰ ਲੋਕਾਂ ਦੇ ਦਿਮਾਗ ਵਿੱਚ ਕੀ ਸ਼ਾਇਦ ਇਹ ਤਾਂ ਨਹੀਂ ਯਤਨ ਕੀਤਾ ਜਾ ਰਿਹਾ ਕਿ ਹੁਣ ਤੁਸੀਂ ਲਗਵਾ ਲਓ, ਸਾਡੇ ਕੋਲ ਟੀਕਿਆਂ ਦੇ ਬਹੁਤ ਵੱਡੇ ਭੰਡਾਰ ਪਏ ਨੇ। ਇਹ ਗੱਲ ਸ਼ਾਇਦ ਹੋ ਸਕਦੀ ਹੈ, ਪਰ ਕੇਅਰਫੁਲ ਰਿਹਾ ਜਾਵੇ ਤੇ ਕੋਈ ਅਜੇ ਚਿੰਤਾ ਵਾਲੀ ਗੱਲ ਨਹੀਂ ਹੈ। ਮੁੱਕਦੀ ਗੱਲ ਮੈਂ ਇਹਨੂੰ ਇੱਥੇ ਮੁਕਾਵਾਂਗਾ ਕਿ ਕੋਵਿਡ ਦੀ ਸਥਿਤੀ ਬਿਲਕੁਲ ਕੰਟਰੋਲ ਹੇਠ ਹੈ। ਥੋੜ੍ਹਾ ਜਿਹਾ ਨਿਯਮਾਂ ਦੀ ਪਾਲਣਾ ਕਰੀਏ, ਬਿਲਕੁਲ ਵੇਸਲੇ ਨਾ ਹੋਈਏ ਕਿ ਪਹਿਲਾਂ ਵਰਗਾ ਖਾਮਿਆਜ਼ਾ ਸਾਨੂੰ ਨਾ ਭੁਗਤਣਾ ਪਵੇ।
ਲੱਗਦਾ ਨਹੀਂ ਹੈ ਹਾਲਾਤ ਪਰ ਠੀਕ ਹੀ ਨੇ। ਔਰ ਪਿਛਲੇ ਸਾਲਾਂ ਦੇ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਜੋ ਮਾੜਾ ਹਾਲ ਹੋਇਆ ਪਿਛਲੇ ਸਾਲ, ਅੱਜ ਕੱਲ੍ਹ ਕਾਫੀ ਜ਼ਿਆਦਾ ਹਾਲਾਤ ਖਰਾਬ ਸਨ, ਪਰ ਇਸ ਵੇਲੇ ਸਥਿਤੀ ਕਾਫੀ ਕੰਟਰੋਲ ਹੇਠ ਹੈ। ਥੋੜ੍ਹਾ ਜਿਹਾ ਆਪਣੇ ਆਪ ਨੂੰ ਨਿਯਮਾਂ ਦੇ ਵਿੱਚ ਬੰਨ੍ਹ ਲਈਏ ਤੇ ਚੰਗੇ ਰਹਾਂਗੇ। ਜੀ ਬਿਲਕੁਲ ਸਹੀ ਕਿਹਾ ਕੁਲਦੀਪ ਜੀ। ਬੱਚਿਆਂ ਦੀ ਪੜ੍ਹਾਈ ਦਾ ਸਬਲੀਤ, ਸੌਰੀ ਮੈਂ ਗੱਲ ਤੁਹਾਡੀ ਕੱਟ ਰਿਹਾ, ਬਹੁਤ ਜ਼ਿਆਦਾ ਨੁਕਸਾਨ ਹੋਇਆ। ਕੁਝ ਲੋਕ ਕਹਿ ਰਹੇ ਸੀ ਕਿ ਇੱਕਦਮ ਸਕੂਲ ਖੋਲ੍ਹਣ ਦਾ ਕਹਿ ਦਿੱਤਾ ਤੇ ਪ੍ਰੀਖਿਆਵਾਂ ਬੱਚਿਆਂ ਦੀਆਂ ਜਿਹੜੀਆਂ ਸੀ ਉਹ ਇਨ ਪਰਸਨ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਹਦੇ ਨਾਲ ਕਈ ਲੋਕ ਨਾਰਾਜ਼ ਹੋਏ ਕਿ ਦੇਖੋ ਆਨਲਾਈਨ ਕਲਾਸਾਂ ਲੱਗੀਆਂ ਨੇ, ਕਿਸੇ ਦਾ ਇੰਟਰਨੈਟ ਚੱਲਦਾ ਸੀ, ਕਿਸੇ ਦਾ ਟੈਬ, ਸਮਾਰਟਫੋਨ, ਕੰਪਿਊਟਰ ਚੱਲਿਆ, ਕਿਸੇ ਦਾ ਨਹੀਂ ਚੱਲਿਆ, ਕਿਸੇ ਦੀ ਮੀਟਿੰਗ ਵਿੱਚੇ ਕੱਟੀ ਗਈ, ਕਿਸੇ ਨੂੰ ਕੁਛ ਨਹੀਂ ਸੁਣਿਆ। ਉਹ ਗੱਲ ਨਹੀਂ ਹੈ ਤੇ ਬੱਚਿਆਂ ਦੇ ਤੇ ਥੋੜ੍ਹਾ ਜਿਹਾ ਤਰਸ ਖਾਧਾ ਜਾਵੇ। ਖੈਰ, ਬੱਚਿਆਂ ਦਾ ਕੰਮ ਵੀ ਲੀਹ ਤੇ ਦੁਬਾਰਾ ਪਿਆ ਜਾਪਦਾ। ਅਸੀਂ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਕੋਈ ਹੁਣ ਇਸ ਬਿਮਾਰੀ ਦੀ ਲਪੇਟ ਵਿੱਚ ਨਾ ਆਵੇ। ਹੁਣ ਲੱਗਦਾ ਹੈ ਕਿ ਵੈਸੇ ਨੋਰਮਲ ਜਿਹਾ ਇਹ ਕੇਸ ਹੋਣਗੇ। ਅਜੇ ਵੀ ਉਹ ਜਿਹੜੇ ਹੋਰ ਬਿਮਾਰੀਆਂ ਨਾਲ ਜੁੜੇ ਹੋਏ ਵਿਅਕਤੀ ਨੇ ਉਹਨਾਂ ਦੇ ਕੇਸਿਸ ਦੱਸਿਆ ਜਾਂਦਾ ਹੈ ਕਿ ਜ਼ਿਆਦਾ ਆ ਰਹੇ ਨੇ। ਕੋਈ ਨਵੇਂ ਇਸ ਤਰ੍ਹਾਂ ਘਬਰਾਉਣ ਵਾਲੀ ਕੋਈ ਗੱਲ ਨਹੀਂ, ਪਰ ਫਿਰ ਵੀ ਬਚਾਅ ਰੱਖਣਾ ਜ਼ਰੂਰੀ ਹੈ ਕਿਉਂਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਕੁਲਦੀਪ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਟੂਡੀਓ 'ਚ ਆਏ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਸਾਹਮਣੇ ਰੱਖੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਅੱਜ ਦਾ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ। ਕੱਲ੍ਹ ਫਿਰ ਇਸੇ ਵੇਲੇ ਨਵੀਆਂ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੋਵਾਂਗੇ ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਹੈ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।